ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਸੋ ਭਾਈ ਆਪਾਂ ਹੁਣ ਪੋਲਿਟੀ ਦਾ ਜਿਹੜਾ ਹੈਗਾ ਉਹ ਨੈਕਸਟ ਲੈਕਚਰ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਯਾਨੀ ਜੋ ਆਪਾਂ ਸਟਾਰਟ ਕੀਤਾ ਸੀ ਹਿਸਟੋਰੀਕਲ ਬੈਕਗਰਾਉਂਡ, ਰਾਈਟ, ਕਿ ਆਪਣਾ ਕਨਸਟੀਟਿਊਸ਼ਨ ਤੱਕ ਆਪਾਂ ਕਿਵੇਂ ਪਹੁੰਚੇ। ਸੋ ਹੁਣ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ ਭਾਈ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਪੜਾਂਗੇ ਇਹਨਾਂ ਚੀਜ਼ਾਂ ਨੂੰ। ਦੇਖੋ, ਸਭ ਤੋਂ ਪਹਿਲਾਂ ਆਪਾਂ ਚਾਰਟਰ ਐਕਟ 1793 ਦੀ ਗੱਲ ਕਰਦੇ ਹਾਂ, ਯਾਨੀ ਇਸ ਤੋਂ ਪਹਿਲਾਂ ਆਪਾਂ 1773 ਆਬਵੀਅਸ ਗੱਲ ਪੜ੍ਹ ਚੁੱਕੇ ਹਾਂ। 1773 ਤੋਂ ਬਾਅਦ 1784 ਵਾਲਾ ਵੀ ਆਪਾਂ ਪੜ੍ਹ ਲਿਆ, ਜਿਹਨੂੰ ਆਪਾਂ ਪਿਟਸ ਇੰਡੀਆ ਐਕਟ ਕਹਿੰਦੇ ਆ। ਕਿਉਂ ਕਹਿੰਦੇ, ਕਿਵੇਂ ਕਹਿੰਦੇ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਪਿਛਲੇ ਲੈਕਚਰ 'ਚ ਕਰ ਲਈਆਂ। ਤਾਂ ਬੇਸਿਕਲੀ ਹੁਣ ਚਾਰਟਰ ਐਕਟ ਜਿਹੜਾ 1793 ਆਉਂਦਾਗਾ, ਉਹਦੇ ਬਾਰੇ ਆਪਾਂ ਚਰਚਾਵਾਂ ਕਰਨੀਆਂ। ਸੋ ਪਹਿਲੀ ਗੱਲ ਤਾਂ ਜਿਹੜੀ ਆਪਾਂ ਕੰਪਨੀ ਦੀ ਗੱਲ ਕਰ ਰਹੇ ਹਾਂ, ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਪਹਿਲਾਂ ਆਪਣੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਕੰਮ ਕਰਦੀ ਸੀ, ਯਾਨੀ ਇਕੱਲਾ ਟ੍ਰੇਡ ਕਰਦੀ ਸੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਉਹਦੇ ਵਿੱਚ ਉਹ ਸਿਰਫ ਕਮਰਸ਼ੀਅਲ ਐਕਟੀਵਿਟੀ ਕਰ ਰਹੀ ਆ, ਪੋਲੀਟੀਕਲ ਕੁਝ ਵੀ ਨਹੀਂ ਕਰ ਰਹੀ। ਤਾਂ 1773 ਦੇ ਵਿੱਚ ਜਦੋਂ ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕੀਤਾ ਜਾਂਦਾਗਾ, ਤਾਂ ਰੈਗੂਲੇਟਿੰਗ ਐਕਟ 1773 ਆਬਵੀਅਸ ਗੱਲ ਆ, ਤੇ ਸੁਪਰੀਮ ਕੋਰਟ ਵਗੈਰਾ ਬਣਦੀ ਆ, ਤੇ ਯਾਨੀ ਗਵਰਨਰ ਜਨਰਲ ਆ ਜਿਹੜਾ ਉਹ ਬੰਗਾਲ ਦਾ ਨਿਯੁਕਤ ਕੀਤਾ ਜਾਂਦਾ। ਹੁਣ ਈਸਟ ਇੰਡੀਆ ਕੰਪਨੀ ਦੇ ਦਿਨ ਥੋੜੇ ਆ, ਬੇਸਿਕਲੀ ਈਸਟ ਇੰਡੀਆ ਕੰਪਨੀ ਨੂੰ ਵੀ ਪਤਾ ਕਿਉਂਕਿ ਜਦੋਂ ਈਸਟ ਇੰਡੀਆ ਕੰਪਨੀ ਦੇ ਇਕੱਲੇ ਟ੍ਰੇਡ ਤੇ ਜਿਹੜੀ ਪਾਬੰਦੀ ਲਗਾਈ ਗਈ ਆ ਵੀ ਤੁਸੀਂ ਟ੍ਰੇਡ ਤਾਂ ਕਰ ਹੀ ਰਹੇ ਹੋ, ਯਾਨੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ, ਯਾਨੀ ਕਿ ਬ੍ਰਿਟਿਸ਼ ਦੀ ਹੁਣ ਅੱਖ ਜਿਹੜੀ ਹੈਗੀ ਆ, ਕਿਉਂਕਿ ਕਰਪਸ਼ਨ ਵਗੈਰਾ ਤੁਹਾਨੂੰ ਮੈਂ ਦੱਸੀ ਸੀ ਕਿ ਬਹੁਤ ਜ਼ਿਆਦਾ ਹੋ ਰਹੀ ਸੀ, ਪਰ ਹਜੇ ਵੀ ਕਮਰਸ਼ੀਅਲ ਐਕਟੀਵਿਟੀ ਬਹੁਤ ਜ਼ਿਆਦਾ ਸੀ, ਮੋਨੋਪੋਲੀ ਸੀ। ਮੋਨੋਪੋਲੀ ਦਾ ਮਤਲਬ ਕੀ ਹੁੰਦਾਗਾ? ਮੋਨੋਪੋਲੀ ਦਾ ਮਤਲਬ ਬੇਸਿਕਲੀ ਕੀ ਹੁੰਦਾ, ਜਿਵੇਂ ਕਹਿ ਲਓ ਵੀ ਮੋਨੋ ਦਾ ਮਤਲਬ ਸਿੰਗਲ, ਯਾਨੀ ਇੱਕ ਸਿੰਗਲ ਕੰਪਨੀ ਹੀ ਆ ਜਿਹੜੀ ਕਿ ਰਾਜ ਕਰ ਰਹੀ ਹੈ ਬਹੁਤ ਟਾਈਮ ਤੋਂ। ਐਂਡ ਆਬਵੀਅਸ ਗੱਲ ਆ, ਅਗਰ ਕੋਈ ਹੋਰ ਕੰਪੀਟੀਟਰ ਨਹੀਂ ਹੈਗਾ ਤਾਂ ਆਬਵੀਅਸ ਗੱਲ ਆ, ਯਾਨੀ ਕਿ ਉਹ ਆਪਣੀ ਮਨਮਰਜ਼ੀ ਕਰੂਗੀ। ਤਾਂ ਈਸਟ ਇੰਡੀਆ ਕੰਪਨੀ ਦਾ ਫਿਲਹਾਲ ਤਾਂ 20 ਸਾਲਾਂ ਦਾ ਟਾਈਮ ਪੀਰੀਅਡ ਵਧਾਇਆ ਗਿਆ, ਰਾਈਟ। 1813 ਦੇ ਵਿੱਚ ਫਿਰ ਮੋਨੋਪੋਲੀ ਜਿਹੜੀ ਉਹ ਖਤਮ ਹੁੰਦੀ ਆ। 1833 ਦੇ ਵਿੱਚ ਫਿਰ ਪੂਰਨ ਤੌਰ ਤੇ ਖਤਮ ਹੋ ਜਾਂਦੀ ਆ, ਕਿਉਂਕਿ 1813 ਦੇ ਵਿੱਚ ਹਜੇ ਚਾਈਨਾ ਤੇ ਚਾਹ ਵਾਲਾ ਮਸਲਾ ਵੀ ਹੁੰਦਾ, ਉਹ ਆਪਾਂ ਸਾਰਾ ਕੁਝ ਪੜਾਂਗੇ। ਸੋ ਬੇਸਿਕਲੀ ਜਦੋਂ ਆਪਾਂ ਹੁਣ 1793 ਪੜ੍ਹ ਰਹੇ ਹਾਂ, ਤਾਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆ ਇਹਦੇ ਵਿੱਚ ਉਹ ਕੀ ਹੈ? ਸਭ ਤੋਂ ਪਹਿਲਾ ਪੁਆਇੰਟ ਇਹ ਆ ਕਿ ਭਾਈ ਜਿਹੜੀ ਇਸ ਕੰਪਨੀ ਦਾ ਟ੍ਰੇਡ ਮੋਨੋਪੋਲੀ ਆ, ਉਸ ਨੂੰ ਹਜੇ ਐਕਸਟੈਂਡ ਕਰ ਦਿੱਤਾ ਜਾਂਦਾ ਵੀ ਚਲੋ ਠੀਕ ਆ ਭਾਈ, ਤੁਸੀਂ 20 ਸਾਲ ਹੋਰ ਕੰਮ ਕਰੋ, ਰਾਈਟ। ਯਾਨੀ ਇਟ ਐਕਸਟੈਂਡਡ ਦਾ ਟ੍ਰੇਡ ਮੋਨੋਪੋਲੀ ਆਫ ਦਾ ਕੰਪਨੀ ਫॉर ਅਨਦਰ ਪੀਰੀਅਡ ਫॉर 20 ਈਅਰ, ਯਾਨੀ 1793 ਤੋਂ ਲੈ ਕੇ 1813 ਤੱਕ ਦਾ ਟਾਈਮ ਦੇ ਦਿੰਦੇ ਆ ਵੀ ਭਾਈ ਤੁਸੀਂ ਚਲੋ 20 ਸਾਲ ਹੋਰ ਟ੍ਰੇਡ ਕਰ ਲਓ। 20 ਸਾਲਾਂ ਬਾਅਦ ਫਿਰ ਇਹਨਾਂ ਦਾ ਇਕੱਲੇ ਚਾਹ ਦਾ ਟ੍ਰੇਡ ਕਰ ਸਕਦੇ ਆ ਐਂਡ ਇਕੱਲੀ ਚਾਈਨਾ ਨਾਲ ਟ੍ਰੇਡ ਕਰ ਸਕਦੇ ਆ, ਬਸ ਦੋ ਚੀਜ਼ਾਂ ਨੂੰ ਛੱਡ ਕੇ ਬਾਕੀ ਇਹਨਾਂ ਦੀ ਟ੍ਰੇਡ ਸਮਾਪਤੀ ਕਰ ਦਿੱਤੀ ਜਾਂਦੀ ਆ। ਫਿਰ 20 ਸਾਲਾਂ ਬਾਅਦ 1833 ਯਾਨੀ ਚਾਹ ਤੇ ਚਾਈਨਾ ਵੀ ਖਤਮ ਕਰ ਦਿੱਤਾ ਜਾਂਦਾ, ਤੇ ਪ੍ਰੋਪਰ ਤਰੀਕੇ ਦੇ ਨਾਲ ਈਸਟ ਇੰਡੀਆ ਕੰਪਨੀ ਦੀ ਕਮਰਸ਼ੀਅਲ ਐਕਟੀਵਿਟੀ ਖਤਮ ਹੋ ਜਾਂਦੀ ਆ, ਰਾਈਟ ਆ। ਸੋ ਬੇਸਿਕਲੀ ਜੇਕਰ ਪੁੱਛਿਆ ਜਾਵੇ ਕਿ 1793 ਦੇ ਵਿੱਚ ਕਿੰਨੇ ਸਾਲਾਂ ਵਾਸਤੇ ਇਹਨੂੰ ਐਕਸਟੈਂਡ ਕੀਤਾ ਗਿਆ ਸੀ, ਤਾਂ ਟ੍ਰੇਡ ਮੋਨੋਪੋਲੀ ਨੂੰ 20 ਸਾਲਾਂ ਵਾਸਤੇ ਐਕਸਟੈਂਡ ਕੀਤਾ ਗਿਆ ਸੀ। ਸੈਕੰਡ ਪੁਆਇੰਟ ਕਹਿੰਦਾ ਇਟ ਪ੍ਰੋਵਾਈਡਡ ਦਾ ਸੈਲਰੀਜ਼ ਆਫ ਦਾ ਮੈਂਬਰਸ ਆਫ ਬੋਰਡ ਆਫ ਕੰਟਰੋਲ ਵਰ ਟੂ ਬੀ ਪੇਡ ਫਰੋਮ ਦਾ ਇੰਡੀਅਨ ਰੈਵਨਿਊ। ਯਾਨੀ ਹੁਣ ਆਪਾਂ ਬੋਰਡ ਆਫ ਕੰਟਰੋਲ ਪੜ੍ਹਿਆ, ਤੁਹਾਨੂੰ ਮੈਂ ਦੱਸਿਆ ਸੀ ਕਿ ਕੋਰਟ ਆਫ ਡਾਇਰੈਕਟਰ ਤਾਂ ਪਹਿਲਾਂ ਹੀ ਸੀ, ਜਿਹੜੇ ਕੰਪਨੀ ਦੇ ਡਾਇਰੈਕਟਰ ਬੇਸਿਕਲੀ ਸੀਗੇ, ਜਿਨ੍ਹਾਂ ਨੂੰ ਆਪਾਂ ਕੋਰਟ ਆਫ ਡਾਇਰੈਕਟਰ ਕਹਿੰਦੇ ਆ, ਯਾਨੀ ਜੋ ਕਮਰਸ਼ੀਅਲ ਐਕਟੀਵਿਟੀ ਯਾਨੀ ਜੋ ਟ੍ਰੇਡ ਕਰਦੇ ਸੀ, ਉਹਨਾਂ ਦੇ ਜਿਹੜੇ ਡਾਇਰੈਕਟਰ ਸੀ ਉਹ ਤਾਂ ਆਲਰੇਡੀ ਸੀ। ਤਾਂ ਆਪਾਂ ਬੋਰਡ ਆਫ ਕੰਟਰੋਲ ਦੀ ਐਸਟੈਬਲਿਸ਼ਮੈਂਟ ਕੀਤੀ ਆ, ਜੇ ਤੁਹਾਡੇ ਯਾਦ ਹੋਵੇ ਆਪਾਂ ਪਹਿਲਾਂ ਪੜ੍ਹਿਆ। ਸੋ ਬੋਰਡ ਆਫ ਕੰਟਰੋਲ ਦੀ ਐਸਟੈਬਲਿਸ਼ਮੈਂਟ ਤਾਂ ਕੀਤੀ ਤਾਂ ਕਿ ਜੋ ਪੋਲੀਟੀਕਲ ਐਡਮਿਨਿਸਟ੍ਰੇਟਿਵ ਹੈ ਯਾਨੀ ਪੋਲੀਟੀਕਲ ਐਕਟੀਵਿਟੀਜ਼ ਆ ਉਹ ਆਪਾਂ ਕਰ ਸਕੀਏ। ਤਾਂ ਉਹਨਾਂ ਜਿਹੜੀ ਬੋਰਡ ਆਫ ਕੰਟਰੋਲ ਦੀ ਤਨਖਾਹ ਸੀ, ਉਹ ਜੋ ਇੰਡੀਆ ਦੇ ਵਿੱਚੋਂ ਟੈਕਸ ਇਕੱਠਾ ਕੀਤਾ ਜਾਂਦਾ ਸੀਗਾ ਉਹਦੇ ਚੋਂ ਦਿੱਤੀ ਜਾਂਦੀ ਸੀ, ਕਾਫੀ ਇੰਪੋਰਟੈਂਟ ਹੈ, ਰਾਈਟ। ਅਤੇ ਯਾਨੀ ਇਹ ਜਿਹੜਾ ਪ੍ਰੋਵਾਈਡ ਕੀਤਾ ਗਿਆ ਕਿਹੜੇ ਐਕਟ ਦੇ ਥਰੂ ਕੀਤਾ ਗਿਆ? 1793। ਯਾਨੀ 1793 ਦੇ ਵਿੱਚ ਆਪਾਂ ਦੋ ਚੀਜ਼ਾਂ ਪੜ੍ਹੀਆਂ, ਇੱਕ ਤਾਂ 20 ਸਾਲਾਂ ਵਾਸਤੇ ਟ੍ਰੇਡ ਵਧਾ ਦਿੱਤਾ ਗਿਆ, ਇੱਕ ਜਿਹੜੀ ਸੈਲਰੀ ਆ ਕਿ ਜਿਹੜੇ ਬੋਰਡ ਆਫ ਕੰਟਰੋਲ ਦੇ ਮੈਂਬਰ ਉਹਨਾਂ ਨੂੰ ਸੈਲਰੀ ਆਪਾਂ ਕਿੱਥੋਂ ਦੇਵਾਂਗੇ? ਉਹ ਸੈਲਰੀ ਹੋਊਗੀ ਟੂ ਬੀ ਪੇਡ ਫਰੋਮ ਦਾ ਇੰਡੀਅਨ ਰੈਵਨਿਊ, ਯਾਨੀ ਇੰਡੀਅਨ ਜਿਹੜਾ ਟੈਕਸ ਆ ਬੇਸਿਕਲੀ ਉੱਥੋਂ ਇਹ ਸਾਰਾ ਕੁਝ ਹੋਵੇਗਾ। ਮੇਰੇ ਹਿਸਾਬ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ, ਰਾਈਟ। ਇਸ ਤੋਂ ਬਾਅਦ ਆਪਾਂ ਆਈਏ ਭਾਈ ਚਾਰਟਰ ਐਕਟ 1813, ਯਾਨੀ 1793 ਦੇ ਵਿੱਚ ਹੋਰ ਕੁਝ ਵੀ ਨਹੀਂ ਹੈਗਾ, ਬਸ ਪਾਵਰਾਂ ਨੂੰ ਵਧਾਇਆ ਗਿਆ, ਰਾਈਟ। ਹੁਣ ਆਪਾਂ 1893 ਜੋ ਪੁਆਇੰਟਸ ਆ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਊਂਗਾ, ਥੋੜੀ ਜਿਹੀ ਯਾਨੀ ਕਿ ਤੁਹਾਨੂੰ ਇੱਕ ਸਟੋਰੀ ਵਾਈਜ਼ ਚੀਜ਼ ਸਮਝਾਉਣਾ ਚਾਹਣਾ। ਸੋ ਚਾਰਟਰ ਐਕਟ 1813 ਦੇ ਵਿੱਚ ਸਭ ਤੋਂ ਪਹਿਲਾਂ ਟਰਨਿੰਗ ਪੁਆਇੰਟ ਕੀ ਆਊਗਾ? ਜੋ 20 ਸਾਲਾਂ ਵਾਸਤੇ ਟ੍ਰੇਡ ਮੋਨੋਪੋਲੀ ਸੀਗੀ, ਜਿਹੜੀ ਈਸਟ ਇੰਡੀਆ ਕੰਪਨੀ ਟ੍ਰੇਡ ਕਰ ਰਹੀ ਸੀ, ਉਸ ਦੀ ਸਮਾਪਤੀ ਹੋਈ, ਪਰ ਚਾਹ ਤੇ ਚਾਈਨਾ ਨੂੰ ਛੱਡ ਕੇ। ਯਾਨੀ ਸਿਰਫ ਤੁਸੀਂ ਜਿਹੜੀ ਅਬੋਲਿਸ਼ਡ ਕੰਪਨੀਜ਼ ਮੋਨੋਪੋਲੀ ਆਫ ਟ੍ਰੇਡ, ਯਾਨੀ ਹੁਣ ਸਾਰੇ ਜਿਹੜੀਆਂ ਬ੍ਰਿਟਿਸ਼ ਕੰਪਨੀਆਂ ਉਹਨਾਂ ਵਾਸਤੇ ਯਾਨੀ ਓਪਨ ਹੋ ਗਿਆ, ਯਾਨੀ ਕਿ ਹੁਣ ਕੋਈ ਵੀ ਆਪਣੀ ਕੰਪਨੀ ਲਿਆ ਸਕਦਾ, ਆਪਣੀ ਟ੍ਰੇਡ ਕਰ ਸਕਦਾ, ਯਾਨੀ ਮੋਨੋਪੋਲੀ ਨੂੰ ਸਮਾਪਤ ਕੀਤਾ ਗਿਆ। ਐਂਡ ਇੱਥੇ ਚਾਈਨਾ, ਚਾਹ ਤੇ ਚਾਈਨਾ, ਬਸ ਆਹ ਦੋ ਛੱਡ ਕੇ ਯਾਨੀ ਬਾਕੀ ਸਾਰਾ ਕੁਝ ਖਤਮ ਹੋ ਗਿਆ। ਤਾਂ ਇਹ ਬੇਸਿਕਲੀ ਇੱਕ ਟਰਨਿੰਗ ਪੁਆਇੰਟ ਬਣ ਕੇ ਆਇਆ 1813, ਜਿਹਦੇ ਵਿੱਚ ਟ੍ਰੇਡਿੰਗ ਓਪਰਚੁਨਿਟੀਜ਼ ਹੁਣ ਓਪਨ ਹੋ ਗਈਆਂ, ਰਾਈਟ, ਬਾਕੀਆਂ ਵਾਸਤੇ। ਡਿਮਾਂਡ ਟੂ ਓਪਨ ਟ੍ਰੇਡਿੰਗ ਓਪਰਚੁਨਿਟੀ, ਰਾਈਟ।
यानी हुण बाकी भी आके ट्रेड कर सकते, कल्ली ईस्ट इंडिया कंपनी ट्रेड नहीं करूगी, राइट। एक्सैप्ट टी एंड ट्रेड विद चाइना, यानी मोनोपोली इत्थे पूरी तरह समाप्त होंदी है, टैरेटरी बाकियां वास्ते भी खुलदी है, राइट। एंड टैक्सिस वगैरह नूं होर वधा दिता जांदा, कारण क्या कि जो बहुत सारी कंपनियां आउणगियां तो टैक्सिस अपने आप ही होर वध जाणगे, राइट। यानी जो मेन 1813 दे विच होई है वो मोनोपोली समाप्त हुई है। सो क्वेश्चन जेकर पूछा जाए कि कमर्शियल एक्टिविटी चाह ते चाइना नूं छड्ड के ईस्ट इंडिया कंपनी की कदों समाप्त की गई, तो 1813। जे पूर्ण तौर पर कहांगे भी चाह ते चाइना भी खत्म हो गया, वो भी ट्रेड खत्म हो गया, फिर 1833 आऊगा जिहड़ा कि आपां पढ़ांगे, राइट। तो सीधा आपां पॉइंट्स ते आउणे कि इट अबॉलिश्ड द ट्रेड मोनोपोली ऑफ ईस्ट इंडिया कंपनी इन इंडिया, राइट है। यानी पहली लाइन तो क्वेश्चन बन गया। दूसरी, ट्रेड मोनोपोली ओवर टी एंड ट्रेड विद चाइना हजे भी चल रहा है, यानी वाज मेनटेन्ड, राइट हो गया। इस तो बाद कहता हुण देखो सीधी जी गल है, बहुत सिंपल जी उदाहरण है एक कि जेकर तुसी अपना प्रोग्रेस करना किसी थां ते जाके तुसी अपने आप नूं वधाउणा, स्प्रैड करना, तुसी उन्हां दी जिहड़ी बोली है उस नूं वधाओ, उस नूं स्प्रैड करो, तो जां फिर ओह धर्म दा यानी प्रचार होवे। जिवें फॉर एग्जाम्पल तुसी देखिया होगा जो पुर्तगाली आए सी तो पुर्तगालियां ने इंडियंस कुड़ियां नाल विआह करन नूं बड़ा प्रोत्साहित कीता सी, यानी उन्हां नूं मोटिवेट कीता सी कि तुसी जो इंडियन लड़के उन्हां नाल विआह कराओ। उहदा कारण की सीगा कि भाई जो इंडियन ओबवियस गल है इंडिया की कुड़ी नाल विआह होऊगा पुर्तगाली, तो पुर्तगाली प्राहुणा बन गया, तो प्राहुणे की सेवा तो फिर इंडिया वाले करते ही करते हैं, राइट। सो बेसिकली यह एक तरीका हुंदा कि आप किवें इन्हां दे विच जाके उस तरीके दे नाल करिए। जिवें तुसीं देखिया होगा डैनिश हो गया जां डच है ना, तो उन्होंने कोइन्स ते जिहड़े भगवान सी बेसिकली उन्हां दी फोटो बनाती सी ताकि वह धार्मिक दृष्टि के नालों देख सकन ते अपने धर्मां दे विच फसी रहिंदे सारी उम्र, राइट। सो बेसिकली क्रिश्चियन जिहड़े हैगे आ उन्हां मिशनरी जो क्रिश्चियन अंबैसडर है बेसिकली उन्होंने कहा गया भी तुसीं इंडिया दे विच आओ तो अपने धर्म का प्रचार करो, राइट। इसे करके इंग्लिश मीडियम आया, इंग्लिश मीडियम आऊगा तो ओबवियस गल है इंग्लिश मीडियम हुण तक अंग्रेज अपने हैगे आ, राइट। अंग्रेजी के जिहड़े गल करते उन्होंने इंटैलीजेंट मन्निया जाता, पंजाबी के जिहड़े गल करते उन्होंने नलायक मन्निया जाता, राइट। सो कहने का मतलब कितना ज़्यादा यानी इंपैक्ट आ उस चीज़ का, चाहे भारत तो छड्ड गए बहुत टाइम तो आप आज़ाद हैं पर हजे भी एक तरीके दे नाल जकड़े जे होए, राइट। इसे करके पंजाबी मां बोली नूं कहंदे भाई प्रोत्साहित करो, उन्होंने अगे लैके आओ, तो ये गल्लां सच्चियां भी है किते ना किते, पर टाइम बहुत निकल चुका। चलो खैर, बाकी हर एक चीज़ के प्रोज एंड कॉन्स होंगे है, यानी हर एक चीज़ के फायदे हर एक चीज़ के नुकसान है। इंग्लिश के फायदे भी बहुत है, जेकर तुसीं वर्ल्ड वाइड जे कोई चीज़ सीखनी चाहते तो ओबवियस गल है एक वर्ल्ड वाइड ऑफिशियल लैंगुएज इंग्लिश है, राइट, आनी भी चाहिए, पर इसका मतलब ये नहीं भी दूसरी नूं बिल्कुल तुसीं नताड़ दो। बाकी हर एक लैंगुएज का अपना अपना तरीका रहेगा भी, हर एक लैंगुएज चेंज होती आई है। जेकर तुसीं ऐ कहो भी अज दी पंजाबी कि उही पंजाबी है जिहड़ी पहलां हुंदी सी, नहीं, तो ये बेसिकली जिहड़े अखर आ वो अलोप ते नਵੇਂ नਵੇਂ अखर बनते रहंदे आ, राइट। सो इन्हां दे विच कोई मैनूं लगदा नहीं भी कंट्रोवर्सी विच जाना चाहिए, आपां फोकस पढ़ाई ते रखीए। चलो हाँ, जो कंट्रोवर्सी के जाना तो उस तरीके की नॉलेज होनी चाहिए बस, ठीक है। सो इट अलाउड क्रिश्चियन मिशनरीज टू कम टू इंडिया एंड स्प्रैड दी रिलीजन, बहुत सिंपल जी गल होगी, राइट। सो ये क्वेश्चन भी पूछा गया होया, मैं सारे पॉइंट वही लिखे जो क्वेश्चन आम तौर पर पेपरों के आए हुए, राइट। सो किहड़े एक्ट के अधीन क्रिश्चियन जो क्रिश्चियन अंबैसडर से उन्होंने अलाउ करता सी भी तुसीं आओ तो अपना प्रचार करो धर्म का। सो वह 1813 के विच ही कीता सी, एंड वो याद रखने का तरीका यही है भी जदों इन्हां दा चाह ते चाइना छड्ड के ट्रेड मोनोपोली खत्म की गई। इस तो बाद चौथे पॉइंट की आप जेकर गल करिए तो इट ऑथराइज्ड लोकल गवर्नमेंट इन इंडिया टू इंपोज टैक्सिज ऑन पीपल। लोकल गवर्नमेंट का मतलब की है, हुण ऑबवियस गल है जो आप पहले गल की है कि 1773 के सिर्फ ईस्ट इंडिया कंपनी की ही गल की गई है, यानी ईस्ट इंडिया कंपनी को रेगूलेट किया। 1784 के होर पावरां नूं वधा दिता गया, राइट। हुण 1793 के आप गल की कि 20 सालों वास्ते एक्सटेंड करता। 1813 के जो ईस्ट इंडिया कंपनी के नाल होर सारियां बहुत सारी कंपनियां आ जाएगियां तो ऑबवियस गल है लोकल बेसिस पर भी गवर्नमेंट बननी स्टार्ट हो जूगी, क्योंकि जो सीधी जी गल आप 1793 के एक सेंटर यानी बंगाल के ईस्ट इंडिया कंपनी बैठे तो उत्थे गवर्नर जनरल ऑफ बंगाल बह गया, बाकी वो थले थले आ गए, जिवें आप गवर्नर ऑफ मद्रास की गल की है, गवर्नर ऑफ बंगाल की गल की है, तो हौली हौली छोटिया छोटिया जो लोकल लैवल पर गवर्नमेंट्स आ भी बन लगे जिन्होंने आप ऑटोनोमस बॉडी कह दें, ऑटोनोमस बॉडी, राइट है, यानी लोकल गवर्नमेंट बॉडीज जिवें अजकल आप सैल्फ गवर्नमेंट सैल्फ लोकल गवर्नमेंट कहते जिवें पंचायत वगैरह होगी, तो उस टाइम तो चलो ये कंसैप्ट बाद में आया, पर लोकल गवर्नमेंट यानी कि लोकल बॉडीज आ जिहड़ियां वो भी हुण टैक्स वगैरह लोगों ते लाउण लग गई, यानी उन्होंने भी अलाउ करता भी तुसीं भी टैक्स हुण लगा सकते हो, राइट। सो काफ़ी निक्की निक्की चीज़ां जिहड़ियां इंपॉर्टेंट बनदियां। हुण आप 1813 की गल की, 1813 जो चीज़ां सीगियां सारी मैं तुहानूं दस दियां। हुण
ਚਾਹ ਤੇ ਚਾਈਨਾ ਦਾ ਵੀ ਟਾਈਮ 20 ਸਾਲ ਸੀਗਾ ਵੀ ਤੁਸੀਂ ਭਾਈ ਚਾਹ ਤੇ ਚਾਈਨਾ ਦਾ ਜਿਹੜਾ ਟ੍ਰੇਡ ਕਰਨਾ ਉਹ 1833 ਤੱਕ ਕਰ ਲਓ। 1833 ਤੋਂ ਬਾਅਦ ਤੁਹਾਡੀਆਂ ਪੂਰਨ ਤੌਰ ਤੇ ਕੰਪਲੀਟਲੀ ਤੁਹਾਡੀ ਜਿਹੜੀ ਮੋਨੋਪੋਲੀ ਆ ਉਸ ਨੂੰ ਖਤਮ ਕਰ ਦਿੱਤਾ ਜਾਊਗਾ, ਉਸ ਨੂੰ ਅਬੋਲਿਸ਼ ਕਰ ਦਿੱਤਾ ਜਾਊਗਾ। ਚਾਹ ਤੇ ਚਾਈਨਾ ਨਾਲ ਵੀ ਤੁਸੀਂ ਟ੍ਰੇਡ ਨਹੀਂ ਕਰ ਸਕੋਗੇ। ਤਾਂ ਸੇਮ ਆਪਾਂ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਹਾਂ। ਤਾਂ 1833 ਦੇ ਵਿੱਚ ਬਹੁਤ ਕੁਝ ਚੇਂਜ ਕੀਤਾ ਗਿਆ, ਕਿਉਂਕਿ ਹੁਣ ਬਹੁਤ ਵੱਡੇ ਲੈਵਲ ਤੇ ਤੁਸੀਂ ਕਹਿ ਲਓ ਵੀ ਬ੍ਰਿਟਿਸ਼ ਆ ਜਿਹੜੇ ਆਪਣੀਆਂ ਏਰੀਆ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਫੈਲਾ ਚੁੱਕੇ ਸੀ, ਰਾਈਟ। ਉਹ ਆਪਾਂ ਹਿਸਟਰੀ ਦੇ ਪਰਸਪੈਕਟਿਵ ਤੋਂ ਪੜਾਂਗੇ, ਕਿਉਂਕਿ ਉਹ ਹਿਸਟਰੀ ਦੇ ਪਰਸਪੈਕਟਿਵ ਤੋਂ ਆਉਂਦਾ ਵੀ ਕਿੱਥੇ ਹਮਲੇ ਹੋਏ, ਕਿਹਦੇ ਨਾਲ ਕੀ ਗੱਲਾਂ ਬਾਤਾਂ ਹੋਈਆਂ, ਉਹ ਆਪਾਂ ਉੱਥੇ ਪੜਾਂਗੇ। ਬਸ ਤੁਸੀਂ ਇੰਨਾ ਸਮਝੋ ਕਿ 1773 ਤੋਂ ਲੈ ਕੇ 1833 ਬਹੁਤ ਟਾਈਮ ਹੁੰਦਾਗਾ ਕਿ ਇੱਥੋਂ ਤੱਕ ਯਾਨੀ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰੋਵਿੰਸ ਸੀ, ਆਪਣੀ ਜਿਹੜੀ ਟੈਰੀਟਰੀ ਸੀ ਉਸ ਨੂੰ ਬਹੁਤ ਵਧਾ ਲਿਆ। ਇਸ ਕਰਕੇ ਹੁਣ ਗਵਰਨਰ ਜਨਰਲ ਆਫ ਬੰਗਾਲ ਕਹਿਣ ਦੀ ਲੋੜ ਨਹੀਂ, ਹੁਣ ਸਿੱਧਾ ਕਹੋ ਕਿ ਗਵਰਨਰ ਜਨਰਲ ਆਫ ਇੰਡੀਆ, ਕਿਉਂਕਿ ਆਪਾਂ ਇੰਡੀਆ ਨੂੰ ਮੈਕਸਿਮਮ ਆਪਾਂ ਕਵਰ ਕਰ ਚੁੱਕੇ ਹਾਂ, ਰਾਈਟ। ਸੋ ਇਟ ਮੇਡ ਗਵਰਨਰ ਜਨਰਲ ਆਫ ਬੰਗਾਲ ਐਜ਼ ਗਵਰਨਰ ਜਨਰਲ ਆਫ ਇੰਡੀਆ, ਰਾਈਟ। ਗਵਰਨਰ ਜਨਰਲ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਕਿਹਾ ਗਿਆ। ਸੋ ਪਹਿਲਾ ਇੰਪੋਰਟੈਂਟ ਕਿਹੜੇ ਐਕਟ ਦੇ ਥਰੂ ਕਿਹਾ ਗਿਆ? 1833 ਐਕਟ ਦੇ ਥਰੂ ਕਿਹਾ ਗਿਆ। ਇਸ ਤੋਂ ਬਾਅਦ ਪਹਿਲਾ ਹੁਣ ਗਵਰਨਰ ਜਨਰਲ ਕਿਹੜਾ ਹੈਗਾ? ਲਾਰਡ ਵਿਲੀਅਮ ਬੈਂਟਿਕ। ਜਦੋਂ ਆਪਾਂ ਗਵਰਨਰ ਜਨਰਲ ਆਫ ਬੰਗਾਲ ਦੀ ਗੱਲ ਕੀਤੀ ਸੀ ਤਾਂ ਉਦੋਂ ਵਾਰਨ ਹੈਸਟਿੰਗ ਸੀ, ਤਾਂ ਇੱਥੇ ਕੌਣ ਹੈ? ਵਿਲੀਅਮ ਬੈਂਟਿਕ ਵਾਜ਼ ਦਾ ਫਸਟ ਗਵਰਨਰ ਜਨਰਲ ਆਫ ਇੰਡੀਆ। ਤੀਸਰਾ, ਇਟ ਐਂਡਡ ਦਾ ਲੈਜਿਸਲੇਟਿਵ ਪਾਵਰ ਆਫ ਦਾ ਬੰਬੇ ਐਂਡ ਮਦਰਾਸ ਗਵਰਨਰਜ਼ ਐਂਡ ਗਿਵਨ ਟੂ ਦਾ ਗਵਰਨਰ ਜਨਰਲ ਆਫ ਇੰਡੀਆ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਕਿਉਂਕਿ ਗਾਹਾਂ ਜਾ ਕੇ ਇਹੀ ਪਾਵਰ ਇਹਨਾਂ ਨੂੰ ਦੁਬਾਰਾ ਮਿਲ ਜਾਣਗੀਆਂ। ਇਹ ਪੁਆਇੰਟ ਕੀ ਕਹਿਣਾ ਚਾਹੁੰਦਾ ਕਿ 1833 ਐਕਟ ਦੇ ਅਧੀਨ ਜਿਹੜੀਆਂ ਲੈਜਿਸਲੇਟਿਵ ਪਾਵਰ ਸੀਗੀਆਂ, ਲੈਜਿਸਲੇਟਿਵ ਪਾਵਰ ਦਾ ਮਤਲਬ ਕੀ ਹੁੰਦਾ? ਲਾਅ ਮੇਕਿੰਗ, ਜਿਹੜੇ ਲਾਅ ਬਣਾਉਂਦੇ ਆ। ਲੈਜਿਸਲੇਟਿਵ ਪਾਵਰ ਕਾਦੀ? ਇੱਕ ਬੰਬੇ ਪ੍ਰੈਜ਼ੀਡੈਂਸੀ ਐਂਡ ਮਦਰਾਸ, ਇਹ ਜਿਹੜੇ ਬੰਬੇ ਤੇ ਮਦਰਾਸ ਦੇ ਗਵਰਨਰ ਸੀ, ਇਹਨਾਂ ਦੀ ਜਿਹੜੀ ਲਾਅ ਮੇਕਿੰਗ ਪਾਵਰ ਸੀ, ਲੈਜਿਸਲੇਟਿਵ ਪਾਵਰ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ ਸੀ। ਐਂਡ ਉਹ ਕਿਸ ਨੂੰ ਦੇਤਾ? ਗਵਰਨਰ ਜਨਰਲ ਆਫ ਇੰਡੀਆ ਨੂੰ। ਗਵਰਨਰ ਜਨਰਲ ਆਫ ਇੰਡੀਆ ਨੂੰ ਇਸ ਪਾਵਰ ਨੂੰ ਯਾਨੀ ਦੇ ਦਿੱਤਾ ਗਿਆ ਕਿ ਹੁਣ ਇੰਡੀਆ ਲੈਵਲ ਤੇ ਬੇਸਿਕਲੀ ਜਿਹੜਾ ਹਾਈਐਸਟ ਅਥਾਰਟੀ ਤੇ ਬੈਠਾ ਉਹ ਕੌਣ ਹੈ? ਗਵਰਨਰ ਜਨਰਲ ਆਫ ਇੰਡੀਆ। ਕਿ ਭਾਈ ਤੂੰ ਹੀ, ਤੇਰੇ ਕੋਲੇ ਲੈਜਿਸਲੇਟਿਵ ਪਾਵਰ ਹੈ, ਲੈਜਿਸਲੇਟਿਵ ਪਾਵਰ ਬੰਬੇ ਤੇ ਮਦਰਾਸ ਕੋਲੇ ਨਹੀਂ ਹੈਗੀਆਂ। ਇਸ ਨੂੰ ਅਬੋਲਿਸ਼ ਕਰ ਦਿੱਤਾ ਗਿਆ, ਇਸ ਨੂੰ ਖਤਮ ਕਰ ਦਿੱਤਾ ਗਿਆ 1833 ਦੇ ਅਧੀਨ। 1833 ਦੇ ਅਧੀਨ ਕੀ ਖਤਮ ਕੀਤਾ ਗਿਆ? ਇੱਕ ਤਾਂ ਆਪਾਂ ਮੋਨੋਪੋਲੀ ਦੀ ਗੱਲ ਕਰਦੇ ਕਿ ਪੂਰਨ ਤੌਰ ਤੇ ਕੰਪਨੀ ਦੀ ਮੋਨੋਪੋਲੀ ਖਤਮ ਕਰ ਦਿੱਤੀ ਗਈ ਚਾਹ ਤੇ ਚਾਈਨਾ ਵਾਲੀ। ਇੱਕ ਆਪਾਂ ਜਿਹੜੀ ਗੱਲ ਕੀਤੀ ਹੈ ਕਿ ਭਾਈ ਜੋ ਗਵਰਨਰ ਜਨਰਲ ਆਫ ਬੰਗਾਲ ਸੀਗਾ ਉਹਨੂੰ ਗਵਰਨਰ ਜਨਰਲ ਆਫ ਇੰਡੀਆ ਕਿਹਾ ਜਾਣ ਲੱਗਿਆ। ਐਂਡ ਜਿਹੜੀ ਲੈਜਿਸਲੇਟਿਵ ਪਾਵਰ ਬੰਬੇ ਤੇ ਮਦਰਾਸ ਵਾਲੀ ਉਹਨੂੰ ਚੰਗੀ ਤਰ੍ਹਾਂ ਪੂਰਨ ਵਿਰਾਮ ਯਾਨੀ ਕਿ ਖਤਮ ਕਰ ਦਿੱਤਾ ਗਿਆ। ਪਰ ਇਹ ਪੁਆਇੰਟ ਯਾਦ ਰੱਖਿਓ ਕਿਉਂਕਿ ਬਹੁਤ ਇੰਪੋਰਟੈਂਟ ਹੈ, ਕਿਉਂਕਿ ਗਾਹਾਂ ਇੱਕ ਐਸਾ ਐਕਟ ਆਉਣਾਗਾ ਜਿਹੜਾ ਆਪਾਂ ਗਾਹਾਂ ਨਾਲ ਪੜਾਂਗੇ ਜਿਹਦੇ ਵਿੱਚ ਇਹਨਾਂ ਪਾਵਰਾਂ ਨੂੰ ਦੁਬਾਰਾ ਦੇ ਦਿੱਤਾ ਗਿਆ, ਰਾਈਟ। ਇਹਨਾਂ ਪਾਵਰਾਂ ਨੂੰ ਦੁਬਾਰਾ ਉਹਨਾਂ ਨੂੰ ਮਿਲ ਗਿਆ ਕਿ ਹੁਣ ਤੁਸੀਂ ਲੈਜਿਸਲੇਟਿਵ ਮੇਕਿੰਗ ਯਾਨੀ ਦੇ ਵਿੱਚ ਹਿੱਸਾ ਕਰ ਸਕਦੇ ਹੋ, ਲੈਜਿਸਲੇਟਿਵ ਪਾਵਰ ਤੁਹਾਡੇ ਕੋਲੇ ਆ ਗਈ। ਇਹ ਪੁਆਇੰਟ ਦੁਬਾਰਾ ਵੀ ਆਊਗਾ ਜਦੋਂ ਇਹ ਆ, ਤਾਂ ਦੋਨੇ ਕੁਐਸਚਨ ਬਣ ਜਾਣਗੇ ਕਦੋਂ ਐਂਡ ਕੀਤਾ ਗਿਆ ਐਂਡ ਕਦੋਂ ਉਹਨੂੰ ਦੁਬਾਰਾ ਚਾਲੂ ਕੀਤਾ ਗਿਆ। ਇਸ ਤੋਂ ਬਾਅਦ ਚੌਥਾ, ਇਟ ਐਂਡਡ ਦਾ ਕਮਰਸ਼ੀਅਲ ਐਕਟੀਵਿਟੀ ਆਫ ਦਾ EIC, ਯਾਨੀ ਜੋ ਆਪਾਂ ਟ੍ਰੇਡ ਦੀ ਗੱਲ ਕੀਤੀ ਹੈ ਚਾਹ ਤੇ ਚਾਈਨਾ ਵਾਲੀ, ਪੂਰਨ ਤੌਰ ਤੇ ਕਮਰਸ਼ੀਅਲ ਐਕਟੀਵਿਟੀ ਖਤਮ ਹੋ ਗਈ। ਗਵਰਨਰ ਜਨਰਲ ਗਵਰਨਮੈਂਟ ਨਾਓ ਕਾਲਡ ਐਜ਼ ਗਵਰਨਮੈਂਟ ਆਫ ਇੰਡੀਆ। ਆਬਵੀਅਸ ਗੱਲ ਹੈ ਜਦੋਂ ਆਪਾਂ ਗਵਰਨਰ ਜਨਰਲ ਆਫ ਬੰਗਾਲ ਦੀ ਗੱਲ ਕਰਦੇ ਹਾਂ ਤਾਂ ਗਵਰਨਰ ਜਨਰਲ ਆਫ ਇੰਡੀਆ ਬਣ ਗਿਆ, ਤਾਂ ਫਿਰ ਗਵਰਨਮੈਂਟ ਵੀ ਇੰਡੀਆ ਦੀ ਹੀ ਬਣੂਗੀ। ਯਾਨੀ ਹੁਣ ਗਵਰਨਰ ਜਨਰਲ ਗਵਰਨਮੈਂਟ ਨੂੰ ਆਪਾਂ ਗਵਰਨਮੈਂਟ ਆਫ ਇੰਡੀਆ ਕਹਿਣ ਲੱਗੇ। ਇਹ ਕੋਈ ਇੱਥੋਂ ਕੁਐਸਚਨ ਨਹੀਂ ਬਣ ਸਕਦਾ, ਪਰ ਇੱਕ ਤਰੀਕੇ ਦੀ ਯਾਨੀ ਕਨਸੈਪਚੁਅਲ ਹੈ, ਯਾਨੀ ਇੱਕ ਤਰੀਕੇ ਦਾ ਵੀ ਹਾਂ ਨੈਚੁਰਲ ਹੈ ਕਿ ਆਪਾਂ ਹੁਣ ਗਵਰਨਰ ਜਨਰਲ ਗਵਰਨਮੈਂਟ ਨੂੰ ਗਵਰਨਮੈਂਟ ਆਫ ਇੰਡੀਆ ਕਹਾਂਗੇ। ਯਾਨੀ ਇਹ ਪਹਿਲੇ ਜਿਹੜੇ 4 ਪੁਆਇੰਟ ਹੈ ਕਾਫੀ ਇੰਪੋਰਟੈਂਟ ਹੈ ਜਿੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਹੁਣ ਆਪਾਂ 1833 ਦੀ ਗੱਲ ਕੀਤੀ ਤਾਂ ਨਾਲ ਦੀ ਨਾਲ ਆਜੂਗਾ ਅਗਲੇ 20 ਸਾਲਾਂ ਬਾਅਦ 1853। ਯਾਦ ਰੱਖਣਾ ਬਹੁਤ ਸੌਖਾ, ਕੋਈ ਬੜੀ ਵੱਡੀ ਗੱਲ ਨਹੀਂ, 20 ਜੋੜਨੇ ਆਉਂਦੇ ਹੋਣਗੇ ਸਾਰਿਆਂ ਨੂੰ। 1773 ਆ, ਮੁੜ ਕੇ 1793 ਆ, ਰਾਈਟ ਹੈ। ਉਹਦੇ ਵਿਚਕਾਰ ਬਸ 1784 ਆਉਂਦਾ ਜਿਹੜਾ ਕਿ ਸੁਪਰੀਮ ਕੋਰਟ ਦੀਆਂ ਪਾਵਰਾਂ ਨੂੰ ਲਿਮਿਟ ਕਰਦਾ, ਥੋੜ੍ਹੀਆਂ ਬਹੁਤ ਪਾਵਰਾਂ ਯਾਨੀ ਕਿ ਗਵਰਨਰ ਜਨਰਲ ਨੂੰ ਵਧਾਈਆਂ ਜਾਂਦੀਆਂ। ਐਂਡ ਉਹ 1784 ਨੂੰ ਜੇਕਰ ਯਾਦ ਰੱਖਣਾ ਤਾਂ 1786 ਯਾਨੀ ਜਿਹੜਾ ਉਹ ਲਾਰਡ ਕੈਨਿੰਗ ਆਉਂਦਾਗਾ, ਉਹਦੀਆਂ 2 ਸ਼ਰਤਾਂ ਉਹ ਯਾਦ ਰੱਖ ਲਿਓ ਕਿ ਮੈਂ ਅਪੁਆਇੰਟ ਤਾਂ ਹੋ ਜਾਊਂਗਾ ਪਰ ਮੇਰੀਆਂ 2 ਸ਼ਰਤਾਂ ਜਿਹੜੀਆਂ ਪ੍ਰੀ ਕੰਡੀਸ਼ਨ ਸੀ ਉਹ ਮੈਂ ਪੜ੍ਹਾ ਰੱਖਿਆ, ਰਾਈਟ। ਯਾਨੀ 1773 ਵਿੱਚ 1784 ਜ਼ਰੂਰ ਆਉਂਦਾ, ਪਰ ਜੇਕਰ 20 ਸਾਲ ਜੋੜੋਗੇ ਤਾਂ 1793, ਫਿਰ 20 ਸਾਲ ਜੋੜੋਗੇ ਤਾਂ 1813, ਫਿਰ 20 ਸਾਲ ਜੋੜੋਗੇ ਤਾਂ 1833, ਫਿਰ 20 ਸਾਲ ਜੋੜੋਗੇ ਤਾਂ 1853। ਉਦੋਂ ਬਾਅਦ 1800 ਯਾਨੀ 73 ਦੇ ਵਿੱਚ ਆਉਣਾ ਸੀਗਾ, ਪਰ ਉਦੋਂ ਪਹਿਲਾਂ ਆ ਗਿਆ 1858 ਦੇ ਵਿੱਚ। ਉਹਦਾ ਕਾਰਨ 1857 ਦਾ ਵਿਦਰੋਹ, ਤਾਂ ਇਸ ਕਰਕੇ 1858 ਦੇ ਵਿੱਚ ਆਇਆ। ਫਿਰ 1858 ਦੇ ਵਿੱਚ ਵੀ ਕੁਝ ਐਸਾ ਹੋਇਆ, 1861 ਦੇ ਵਿੱਚ ਵੀ ਆਉਣਾ ਪਿਆ। ਤਾਂ ਉਦੋਂ ਬਾਅਦ ਆਪਾਂ ਸਾਰੀਆਂ ਗੱਲਾਂ ਬਾਤਾਂ ਜਾਣ ਕੇ ਕਰਾਂਗੇ, ਰਾਈਟ ਆ। ਸੋ ਬੇਸਿਕਲੀ ਆਪਾਂ 1833 ਤੋਂ ਅਗਲੇ 20 ਸਾਲ 1853 ਦੇ ਵਿੱਚ ਆ ਚੁੱਕੇ ਹਾਂ, ਰਾਈਟ ਆ। ਸੋ ਹੁਣ ਇਹਨੇ ਕੀ ਕੀਤਾ ਜਦੋਂ ਆਪਾਂ ਲੈਜਿਸਲੇਟਿਵ ਪਾਵਰਾਂ ਦੀ ਗੱਲ ਕੀਤੀ ਹੈ ਤਾਂ ਹੁਣ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਕਾਉਂਸਲ ਸੈਪਰੇਟ ਹੀ ਕਰ ਦਿੱਤੀ ਗਈ, ਦੋਨੇ ਅਲੱਗ-ਅਲੱਗ ਤੌਰ ਤੇ ਰੱਖਿਆ ਗਿਆ। ਯਾਨੀ ਇਟ ਸੈਪਰੇਟਡ ਦਾ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਫੰਕਸ਼ਨ ਆਫ ਦਾ ਗਵਰਨਰ ਜਨਰਲ ਕਾਉਂਸਲ। ਹੁਣ ਗਵਰਨਰ ਜਨਰਲ ਕਾਉਂਸਲ ਆ ਜਿਹੜੀ ਬੇਸਿਕਲੀ ਉਹਦੇ ਵਿੱਚ ਜਿਵੇਂ ਅੱਜ ਹੈ
ਅੱਜ ਲੈਜਿਸਲੇਟਿਵ ਅੱਡ ਹੈ, यानी लॉ मेकिंग वाले ਅੱਡ है, एग्जीक्यूटिव ਅੱਡ है, जुडिशरी ਅੱਡ है। जेकर आप देखिए कि 3 पिलर है, 3 पिलर किहड़े? जुडिशरी की करती है भला? फैसले देखती है, रिव्यू करती है भी जिहड़े लॉ वगैरह बने आ कि वो अपने कॉन्स्टिट्यूशन नूं, अपने बेसिक स्ट्रक्चर नूं, अपने प्रेम्बल नूं कि वो वायलेट तो नहीं कर रहे, कि वो फंडामेंटल वायलेट तो नहीं कर रहे। इस तरीके की गल्लां बातें होंदियां। यानी आपां भी अज 3 पिलर पढ़दे भी एक लैजिसलेटिव है जिहड़े कि लॉ बनाउंदे आ, एक एग्जीक्यूटिव है जिहड़ी उस लॉ नूं इंप्लीमेंट करदा, जुडिशरी है उन्हां सारिआं नूं देखदी है, राइट है। तो बेसिकली पहली बार 1853 ਦੇ ਵਿੱਚ ਇਹ ਦੋ ਡਿਪਾਰਟਮੈਂਟ ਅੱਡ-ਅੱਡ ਕੀਤੇ ਗਏ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਕਾਉਂਸਲ। ਯਾਨੀ ਲੈਜਿਸਲੇਟਿਵ ਕਾਉਂਸਲ ਅੱਡ ਹੋ ਗਈ ਤੇ ਐਗਜ਼ੀਕਿਊਟਿਵ ਕਾਉਂਸਲ ਅੱਡ ਹੋ ਗਈ। ਤੇ ਇਸ ਲੈਜਿਸਲੇਟਿਵ ਕਾਉਂਸਲ ਦੇ ਵਿੱਚ 6 ਨਵੇਂ ਮੈਂਬਰਾਂ ਨੂੰ ਐਡ ਕੀਤਾ ਗਿਆ। याद रखियो कि इस तो पहला भी लैजिसलेटिव कौंसल दे विच 6 मैंबर सी। ये याद रखने वाली गल ही है कि इस तो पहला भी लैजिसलेटिव कौंसल दे 6 मैंबर सी। हुण 6 नवे होर आ गए जिहदे नाल टोटल जिहड़ी इन्हां दी गिणती होगी 12 होगी। एंड इत्थों क्वेश्चन बहुत बार पूछा गया, राइट है, कि जिहड़े लैजिसलेटिव कौंसल है 1853 दे विच किन्ने नवे ऐड कीते गए, ये क्वेश्चन 6 नवे ऐड कीते गए। ते जां इह पूछा जा सकदा भी किन्ने टोटल मैंबर सी लैजिसलेटिव कौंसल ਦੇ ਵਿੱਚ ਤਾਂ ਕਿੰਨੇ ਸੀ 12 ਮੈਂਬਰ, ਰਾਈਟ। ਸੋ ਇਹ ਤੁਸੀਂ ਯਾਦ ਰੱਖਣਾਗਾ। ਇਸ ਤੋਂ ਗਾਹਾਂ ਤੀਸਰਾ ਪੁਆਇੰਟ ਵੀ ਇੰਪੋਰਟੈਂਟ ਆ, ਕਹਿੰਦਾ ਜੀ ਨਾਓ ਗਵਰਨਰ ਜਨਰਲ ਕੌਂਸਲ ਜਿਹੜੀ ਹੈਗੀ ਆ ਉਸ ਨੂੰ ਇੰਡੀਅਨ ਸੈਂਟਰਲ ਲੈਜਿਸਲੇਟਿਵ ਕੌਂਸਲ ਕਿਹਾ ਗਿਆ, ਵਿਚ ਫੰਕਸ਼ਨਲ ਐਜ਼ ਦਾ ਮਿਨੀ ਪਾਰਲੀਮੈਂਟ। ਜੋ ਮੈਂ ਅੱਜ ਗੱਲ ਕੀਤੀ ਹੈ ਵੀ ਅੱਜ ਵੀ ਆਪਣੇ ਪਾਰਲੀਮੈਂਟ ਦੇ ਆਪਾਂ 3 ਪਿਲਰ ਪੜ੍ਹ ਲੈਂਦੇ ਆ, ਜਾਂ ਪਾਰਲੀਮੈਂਟ ਦੇ ਵਿੱਚ ਲੈਜਿਸਲੇਟਿਵ ਜਿਹੜਾ ਤੁਹਾਡਾ एग्जीक्यूटिव है, तो तीसरे नंबर पर अपनी जुडिशरी होगी। उस तरीके एक तरीके की मिनी पार्लीमेंट ही बन गई जिन्हों आप गवर्नर जनरल कौंसल की थां ते हुण की कहांगे इंडियन सेंट्रल लैजिसलेटिव कौंसल, इंडियन सेंट्रल लैजिसलेटिव कौंसल। सो ये भी काफ़ी इंपॉर्टेंट बन गया। सो मेरे हिसाब से 1853 भी तुहाडे पल्ले पै रहा होगा। इस तो गाहां वाले पॉइंट के आने सिविल सर्विस वर थ्रोन ओपन टू द इंडियन ऑल्सो। हालांकि मैं 1833 या 13 ये चीज़ लिखी नहीं, 1813 तो ही यह चर्चा चलन लग गई सी कि भाई इंडियन ਜਿਹੜੇ ਸਿਵਲ ਸਰਵਿਸ ਆ यानी ਉਹਨਾਂ ਨੂੰ ਇੰਡੀਅਨ ਦੀ ਭਰਤੀ ਕੀਤੀ ਜਾਵੇ, यानी जो ਸਿਵਲ ਸੇਵਾਵਾਂ ਜਿਹੜੀਆਂ ਉਹਨਾਂ ਦੀ ਪ੍ਰੀਖਿਆ ਹੁੰਦੀ ਆ ਉਹਦੇ ਵਿੱਚ ਇੰਡੀਅਨ ਪਾਰਟਿਸਿਪੇਟ ਕਰਨ। ਬਟ ਕਾਫੀ ਰੌਲੇ ਰੱਪੇ ਬਾਅਦ ਇਹ ਚੀਜ਼ਾਂ ਕੈਂਸਲ ਹੋ ਗਈਆਂ। ਕਾਰਨ ਕੀ ਆ ਕਿ ਉਹ ਆਪਾਂ ਨੂੰ ਆਪਣੇ ਬਰਾਬਰ ਲਿਆਉਣਾ ਚਾਹੁੰਦੇ ਹੀ ਨਹੀਂ ਸੀ। ਸਿੱਧੀ ਜੀ ਗੱਲ ਆ, ਉਹ ਕਹਿੰਦੇ ਸੀ ਵੀ ਇੰਡੀਅਨ ਆਪਣੇ ਬਰਾਬਰ ਆ ਨਹੀਂ ਸਕਦੇ, यानी ਆਪਣੀ ਔਕਾਤ ਇੰਨੀ ਮੰਨਦੇ ਨਹੀਂ ਸੀ ਕਿ ਆਪਾਂ ICS ਵਗੈਰਾ ਕੱਢ ਲਾਂਗੇ, ਇੰਡੀਅਨ ਸਿਵਲ ਸਰਵਿਸ ਦੀ यानी ਪ੍ਰੀਖਿਆ ਆਪਾਂ ਕੱਢ ਸਕਦੇ ਹਾਂ, ਜਾਂ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਕੱਢ ਲੈਣਗੇ ਵੀ ਇਹ ਆਪਣੇ ਬਰਾਬਰ ਆ ਕੇ, यानी ਉਹ ਚਾਹੁੰਦੇ ਨਹੀਂ ਸੀ। ਬੇਸਿਕਲੀ ਕਾਫੀ ਡਿਸਕਸ਼ਨ ਤੋਂ ਬਾਅਦ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਕਿ ਭਾਈ ਨਹੀਂ ਇਹ ਹੋ ਸਕਦਾ। ਤਾਂ ਫਿਰ ਫਾਈਨਲੀ ਇੰਡੀਅਨ ਵਾਸਤੇ ਜਿਹੜੀ ਸਿਵਲ यानी ਸਰਵਿਸ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਪ੍ਰੀਖਿਆ ਉਸ ਨੂੰ ਸਟਾਰਟ ਕੀਤਾ ਗਿਆ, ਓਪਨ ਕੀਤਾ ਗਿਆ इंडियन वास्ते वो 1853 एक्ट के अधीन किया गया। सो क्वेश्चन तो यही बनता क्योंकि पहला सिर्फ चर्चा हुई पर ओपन नहीं होया, कैंसल हो गया। तो इस करके सिविल सर्विसेज वर थ्रोन ओपन टू द इंडियंस ऑल्सो 1853 एक्ट के अधीन हो गया भी तुम सिविल सेवावां दे विच हिस्सा लै सकते हो, राइट है। ये वास्ते एक कमेटी बनी, उस कमेटी का नाम की है मैकॉले कमेटी। मैकॉले कमेटी बेसिकली बनी है। ये भी क्वेश्चन बहुत इंपॉर्टेंट है कि कमेटी ऑन ICS ਜਿਹੜੀ ਬਣੀ ਸੀ 1853 ਦੇ ਵਿੱਚ ਉਹ ਕਿਹੜੀ ਕਮੇਟੀ ਸੀ? ਤਾਂ ਮੈਕੌਲੇ ਕਮੇਟੀ ਸੀ। ਵਾਜ਼ ਅਪਾਇੰਟਡ 1854, ਯਾਨੀ 1853 ਐਕਟ ਦੇ ਅਧੀਨ ਬਣੀ ਸੀ। ਬਣੀ ਕਦੋਂ ਸੀ? 1854 ਦੇ ਵਿੱਚ। ਇਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ, ਕਹਿੰਦਾ ਲੋਕਲ ਰਿਪਰੈਜ਼ੈਂਟੇਸ਼ਨ ਆ ਜਿਹੜੀ ਉਸ ਨੂੰ ਇੰਟਰੋਡਿਊਸ ਕੀਤਾ ਗਿਆ ਪਹਿਲੀ ਵਾਰ। ਕਿੱਥੇ? ਯਾਨੀ ਲੋਕਲ ਰਿਪਰੈਜ਼ੈਂਟੇਸ਼ਨ ਇੰਟਰੋਡਿਊਸ ਫॉर द फर्स्ट टाइम इन इंडियन ਲੈਜਿਸਲੇਟਿਵ ਕੌਂਸਲ। यानी ਲੈਜਿਸਲੇਟਿਵ ਕੌਂਸਲ ਦੇ ਵਿੱਚ ਜਿਹੜੇ ਆਪਾਂ 6 ਮੈਂਬਰਾਂ ਦੀ ਗੱਲ ਕੀਤੀ ਸੀ ਕਿ 6 ਨਵੇਂ ਮੈਂਬਰ ਜਿਹੜੇ ਐਡ ਕੀਤੇ ਗਏ ਆ ਉਹ ਕੀਤੇ ਗਏ ਲੋਕਲ ਰਿਪਰੈਜ਼ੈਂਟੇਸ਼ਨ। ਹੁਣ ਲੋਕਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਕੀ ਆ ਕਿ ਜਿਹੜੇ 10-10 ਸਾਲਾਂ ਤੋਂ 20-20 ਸਾਲਾਂ ਤੋਂ ਈਸਟ ਇੰਡੀਆ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ, ਜਿਹੜਾ ਗਾਹਾਂ ਜਾ ਕੇ ਰੌਲਾ ਪਿਆ 1853 ਦਾ, ਜਾਂ ਐਂ ਕਹਿ ਲਓ ਵੀ ਕਹਿੰਦੇ ਸੀ ਵੀ ਲੋਕਲ ਰਿਪਰੈਜ਼ੈਂਟੇਸ਼ਨ ਕਰ ਰਹੇ ਆ। ਲੋਕਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਹੋਣਾ ਕੀ ਚਾਹੀਦਾ ਸੀ ਵੀ ਇਹਦੇ ਵਿੱਚ ਇੰਡੀਅਨ ਦੀ ਭਰਤੀ ਕਰ ਰਹੇ ਆ, ਪਰ ਉਹਨਾਂ ਨੇ ਇਹ ਨਹੀਂ ਕੀਤਾ। ਯਾਨੀ ਡਾਇਰੈਕਟਲੀ ਕੋਈ ਇੰਡੀਅਨ ਨੂੰ ਨਹੀਂ ਭਰਤੀ ਕੀਤਾ। उन्होंने किनू भर्ती किया? ਜਿਹੜੇ ਆਲਮੋਸਟ ਈਸਟ ਇੰਡੀਆ ਕੰਪਨੀ ਜਾਂ ਬ੍ਰਿਟੇਨ ਦੇ ਹੀ ਬੰਦੇ ਸੀ, ਯਾਨੀ ਕਿ ਜਿਹੜੇ ਆਪਣੇ ਹੀ ਉਹਨਾਂ ਦੇ ਬੰਦੇ ਸੀ, ਜਿਹੜੇ ਈਸਟ ਇੰਡੀਆ ਕੰਪਨੀ ਦੇ ਵਿੱਚ ਲਗਭਗ 10 ਜਾਂ 15 ਸਾਲਾਂ ਤੋਂ ਕੰਮ ਕਰ ਰਹੇ ਸੀ। ਯਾਨੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਸਰਵੈਂਟ ਸੀ ਉਹਨਾਂ ਨੂੰ ਹੀ ਲੋਕਲ ਤੌਰ ਤੇ ਯਾਨੀ ਇੱਕ ਐਡ ਕਰ ਲਿਆ ਗਿਆ ਵੀ ਤੁਸੀਂ ਲੈਜਿਸਲੇਟਿਵ ਕੌਂਸਲ ਦੇ ਵਿੱਚ ਆ ਜਾਓ। ਤੇ ਸ਼ੋਅ ਨੂੰ ਐਂ ਕੀਤਾ ਵੀ ਅਸੀਂ ਇੰਡੀਅਨਸ ਵਾਸਤੇ ਕੰਮ ਕਰ ਰਹੇ ਹਾਂ ਐਂਡ ਇੰਡੀਅਨਸ ਨੂੰ ਲੈ ਰਹੇ ਹਾਂ, ਪਰ ਐਵੇਂ ਕਦੇ ਵੀ ਨਹੀਂ ਹੋਇਆ। ਇਹ ਬਹੁਤ ਟਾਈਮ ਬਾਅਦ ਹੋਇਆ ਜਦੋਂ ਆਪਾਂ 1858 ਪੜਾਂਗੇ ਐਂਡ ਉਸ ਤੋਂ ਬਾਅਦ 1861 ਉੱਥੇ ਜਾ ਕੇ ਕਿਤੇ ਇੰਡੀਅਨ ਨੂੰ ਯਾਨੀ ਕਿ ਲੈਣ ਉਹ ਲੱਗਿਆ, ਰਾਈਟ ਹੈ। ਸੋ ਲੋਕਲ ਰਿਪਰੈਜ਼ੈਂਟੇਸ਼ਨ ਇੰਟਰੋਡਿਊਸ ਜ਼ਰੂਰ ਕੀਤੀ ਗਈ ਪਹਿਲੀ ਵਾਰ ਇੰਡੀਅਨ ਲੈਜਿਸਲੇਟਿਵ ਕੌਂਸਲ ਵੀ ਅਸੀਂ ਲੋਕਲ ਬੰਦਿਆਂ ਨੂੰ ਲਵਾਂਗੇ। ਐਂਡ ਆਊਟ ਆਫ 6 ਨਿਊ ਮੈਂਬਰਸ 4 वर अपॉइंटेड बाय द लोकल गवर्नमेंट। पर ये लोकल गवर्नमेंट के जोड़े बंदे सी ये ईस्ट इंडिया कंपनी दे ही सर्वेंट सी, उन्हां दे ही बंदे सी,
राइट। सो ये कितों कितों लए सी, मद्रास तो, बॉम्बे तो, बंगाल तो ते आगरा तो। ये चारे चीज़ां इंपॉर्टेंट बनदियां। हालांकि जेकर पेपर बहुत वधिया पेपर बन के आ जाए तो यह इंपॉर्टेंट बनता। जे हल्का पेपर आऊगा, सौखा पेपर आऊगा तो इतों क्वेश्चन नहीं पूछा जाता। पर तुसीं याद रखना, क्योंकि आप पढ़ रहे हैं तो आप वधिया तरीके नाल ही पढ़ रहे हैं। तो लोकल रिप्रैजेंटेशन पहली बार इंट्रोड्यूस हुई है 1853 एक्ट के अधीन, तो 6 मैंबरों के विचों 4 जिहड़े हैगे लोकल रिप्रैजेंटेशन के तौर पर लए गए। मद्रास है, बॉम्बे है, बंगाल है। याद रखना बहुत सौखा है क्योंकि इत्थे ही अपनी प्रेजिडेंसी सी, जस्ट एक आगरा अड्ड तो आया। तो हुण देखो मद्रास प्रेजिडेंसी किन्ना दे अंडर है, ओबवियस गल है ब्रिटिश के अंडर है। तो लोकल रिप्रैजेंटेशन की हुई है ना, बॉम्बे शुरू तो इन्हां कोले रहा, तो कादी लोकल रिप्रैजेंटेशन, बंगाल भी इन्हां कोले रहा, आगरा भी इन्हां कोले सी। बेसिकली ये 3 तो तुसीं याद रख ही लोगे, नाल आगरा याद रखना गा। सो लोकल रिप्रैजेंटेशन इंट्रोड्यूस जरूर किया गया, बट इंडियंस की हजे भी इत्थे कोई बड़ा एड ऑन नहीं होया, इन्हां दे अपने ही लगभग बंदे सी। तो इस तो बाद फिर आया 1858, इस तो बाद आया 1858 राइट। तो हुण मैं थोड़ा जा यानी जेकर बैक दे विच जावां तो तुहानूं मैं सारी स्टोरी एक बार समझाउणा। 1773 दे विच कंपनी नूं रैगूलेट किया गया, कहंदे भाई असीं रैगूलेट करांगे। 1784 दे विच चलो एक विच अपडेशन आई। उस तो बाद 1793 दे विच भी एक अपडेशन आई कि भाई चलो आप कंपनी के जोड़े 20 साल होर वधा दें। 1813 के उस कंपनी की जी मोनोपोली खत्म की गई। 1833 के पूर्ण तौर पर यानी कि चाह तो चाइना वाला भी खत्म कर दिता गया। तो ये विचाले सारा कुछ जेकर आप देखिए तो इतों तो लैके जब 1853 की भी गल की है तो इतों तो लैके इतों तक जी डिवेलपमेंट हुई है वो डिवेलपमेंट पार्लीमेंट की हुई है, जिन्होंने आप 1853 के आके मिनी पार्लीमेंट कह लग जाने। यानी लैजिसलेटिव ते एग्जीक्यूटिव के जोड़े डिपार्टमेंट आ वो अड अड बन जाते हैं, जिहदे लैजिसलेटिव के मैंबर 12 हो जाते हैं। एंड पहली बार लोकल रिप्रैजेंटेशन की जाती है, जिहदे 6 मैंबर जोड़े नवे ऐड किए हैं, वो 4 मैंबर है यानी मद्रास, बॉम्बे, बंगाल ते आगरा वो ऐड किए जाते हैं। ये मेरे हिसाब नाल तुहानूं इत्थों तक सारा कुछ समझ लग गया होगा। यानी पोलिटिकली वो पैर पसार रहे अपने, राइट। सो 1857 का विद्रोह जो होंगे, चलो वो हिस्टरी का पार्ट है कि 1857 का विद्रोह क्यों होया, वो तुहानूं सारिਆਂ नूं वैसे तो पता होगा थोड़ा बहुत, राइट। उस विद्रोह तो बाद इन्ना ज़्यादा डर पैदा हो गया कि ब्रिटिश नूं लग्या भी हुण तां असीं गए। यानी वो विद्रोह एक तरीके का बहुत वधिया सी, पर हाँ कुछ ना कुछ खामियां रही, जिवें कि पंजाब ने उहदे विच कोई हिस्सा नहीं लिया। पंजाब ने सगों यानी उन्हां दा साथ दिता ब्रिटिश का। हुण इत्थे कोई बाहली ओह नहीं गल हैगी भी पंजाब ने क्यों नहीं साथ दिता, एवें किवें बोल सकते हैं आप, ऐसी कोई गल नहीं, क्योंकि पंजाब हजे ताज़ा ही अनैक्स होकर हटिया सी। पंजाब दीयां जड़ां पहलां ही खराब हो चुकियां सी, राइट है। क्योंकि वो पंजाब हिस्टरी दे विच पढ़ांगे, क्योंकि 1849 दे विच ऑलरेडी पंजाब नूं अनैक्स कर लिया गया सी। एंड 1853 दे विच लॉर्ड डलहौजी सी, उन्हें डॉक्ट्रिन ऑफ लैप्स लिआंदा सी, यानी लैप्स दा सिद्धांत। यानी डॉक्ट्रिन ऑफ लैप्स बेसिकली की सीगा भी जिन्हां दे जिहड़े राज सी बेसिकली उन्हां नूं अनैक्स कर रहे सी, जिन्हां दी अपनी संतान नहीं सी, बेसिकली उन्हां दे राजां नूं अनैक्स किया जा रहा सी। ये आपां हिस्टरी विच पढ़ांगे। सो बेसिकली एक तरीके का लॉर्ड डलहौजी काफ़ी पावरफुल सीगा। एक पासे पंजाब आ जब होर भी जड़ियाँ स्टेटां सीगियां जड़ियाँ ताज़ियां बेसिकली ब्रिटिश के अंडर सी, जां ब्रिटिश के काफ़ी उत्थे कह लो भी अपने पावरफुल सी ब्रिटिश, तो उन्होंने बेसिकली एक तरीके का साथ नहीं दिता। ओवरऑल इंडिया के विच फैलण तो थोड़ा जिहा कच रह गया। 1857 का विद्रोह इस करके फेल हो गया एक तरीके का। बाकी बहुत सारे कारण, फिर वही गल है भी आप हिस्टरी पढ़ांगे। तो हुण 1857 के विद्रोह तो एक इन्होंने सिख लई भी चलो हुण तां आपां कंट्रोल कर लिया, पर एक तरीके का भी इहो जिहा गाहां विद्रोह ना होवे उहदे वास्ते आपां की करिए। तो लोकां नूं शांत कराउण पिछे ये कहंदे भाई ठीक है असीं गवर्नमेंट ऑफ इंडिया एक्ट लैके आउणे 1858। तुसीं एक चीज़ नोट करो कि इस तो पहले रैगूलेशन एक्ट कहंदे सी इहनूं। जदों चार्टर एक्ट आया 1793 ਦੇ ਵਿੱਚ ਇਸ ਤੋਂ ਪਹਿਲਾਂ ਰੈਗੂਲੇਸ਼ਨ ਕਿਹਾ ਜਾਂਦਾ ਸੀ ਅਸੀਂ ਰੈਗੂਲੇਟ ਕਰ ਰਹੇ ਹਾਂ ਸਿਰਫ ਈਸਟ ਇੰਡੀਆ ਕੰਪਨੀ ਨੂੰ। ਮੁੜ ਕੇ ਚਾਰਟਰ ਐਕਟ ਕਦੋਂ ਆਇਆ, ਜਦੋਂ ਪੂਰਨ ਤੌਰ ਤੇ ਯਾਨੀ ਤੁਸੀਂ ਐਂ ਕਹ ਲਓ ਵੀ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਨਾ ਚਾਹਿਆ। ਚਾਰਟਰ ਦਾ ਮਤਲਬ ਕੀ ਹੈ ਕਿ ਇਹ ਵੀ ਹਿਸਟਰੀ ਦਾ ਪਾਰਟ ਹੈ। ਚਾਰਟਰ ਬੇਸਿਕਲੀ ਇੱਕ ਤਰੀਕੇ ਦਾ ਤੁਸੀਂ ਐਂ ਮੰਨੋ ਕਿ ਅਫੀਸ਼ੀਅਲ ਡਾਕੂਮੈਂਟ ਆ ਬ੍ਰਿਟਿਸ਼ ਪਾਰਲੀਮੈਂਟ ਵੱਲੋਂ, ਰਾਈਟ ਆ। ਉਹਦੀ ਵੀ ਸਟੋਰੀ ਆ ਕਿ ਕਾਫੀ ਜੋ ਪਹਿਲਾਂ ਕਿੰਗ ਜਾਰਜ ਸੀਗਾ ਤਾਂ ਉਹਨਾਂ ਨੇ ਇੱਕ ਚਾਰਟਰ ਪੇਸ਼ ਕੀਤਾ ਸੀਗਾ, ਲੋਕਾਂ ਦੇ ਯਾਨੀ ਫੈਸਲੇ ਸੁਣਾਏ ਸੀ ਉਹ 'ਚ, राइट है। इस करके चलो वो आप नहीं जाते। सो बेसिकली चार्टर एक्ट कहा गया, राइट है। चार्टर एक्ट 1793, उस तो बाद 1813, फिर 1833, फिर 1853, इतों तक आप चार्टर एक्ट ही कह रहे हैं, राइट है। चार्टर एक्ट कहते कहते इको दम जो इंडियंस नूं अपने नाल लेके आना सी, नाल दी नाल कहने लगे गवर्नमेंट ऑफ इंडिया एक्ट, थोड़ा एक्ट है, राइट है। सो गवर्नमेंट ऑफ इंडिया एक्ट 1858। तो सब तो पहले इन्होंने की किया, हुण ओबवियस गल है जो कमर्शियल एक्टिविटी वो पूर्ण तौर पर खत्म हो चुकी है,
ਕਮਰਸ਼ੀਅਲ ਐਕਟੀਵਿਟੀ ਜਿਹੜੀ 1833 ਦੇ ਵਿੱਚ ਹੀ ਪੂਰਨ ਤੌਰ ਤੇ ਖਤਮ ਹੋ ਚੁੱਕੀ ਹੈ। ਬਹੁਤ ਸਾਰੀਆਂ ਕੰਪਨੀਆਂ ਹੁਣ ਆ ਚੁੱਕੀਆਂ ਛੋਟੀਆਂ ਛੋਟੀਆਂ ਜਿਹੜੀਆਂ ਆਪਣੇ ਟ੍ਰੇਡ ਵਗੈਰਾ ਕਰਦੀਆਂ। ਤਾਂ ਹੁਣ ਕੋਰਟ ਆਫ ਡਾਇਰੈਕਟਰ ਦਾ ਕੋਈ ਵੀ ਰੋਲ ਨਹੀਂ ਰਿਹਾ, ਜੋ ਆਲਰੇਡੀ ਚੱਲ ਰਿਹਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਕੋਰਟ ਆਫ ਡਾਇਰੈਕਟਰ। ਸੇਮ ਹੁਣ ਬੋਰਡ ਆਫ ਕੰਟਰੋਲ, ਕਿਉਂਕਿ ਪੋਲੀਟੀਕਲ ਐਕਟੀਵਿਟੀ ਠੀਕ ਹੈ, ਬੋਰਡ ਆਫ ਕੰਟਰੋਲ ਬਣਾਇਆ ਪੋਲੀਟੀਕਲ ਐਕਟੀਵਿਟੀ ਵਾਸਤੇ ਹੀ ਸੀਗਾ, ਪਰ ਇੱਕ ਤਰੀਕੇ ਦਾ ਫੇਲ ਹੋ ਗਿਆ। ਫੇਲ ਆਬਵੀਅਸ ਫੇਲ ਹੋ ਗਿਆ, ਕਿਉਂਕਿ ਜਦੋਂ ਇੰਨਾ ਵੱਡਾ ਵਿਦਰੋਹ ਹੋ ਗਿਆ ਇੰਨਾ ਕੁਝ ਹੋਣ ਦੇ ਬਾਵਜੂਦ ਹਨਾ, ਤਾਂ ਕਹਿਣ ਦਾ ਮਤਲਬ ਇੱਕ ਤਰੀਕੇ ਦਾ ਫੇਲ ਆ। ਤਾਂ ਕਹਿੰਦੇ ਭਾਈ ਠੀਕ ਆ ਤੁਸੀਂ ਜੇਕਰ ਨਹੀਂ ਖੁਸ਼ ਤਾਂ ਅਸੀਂ ਜਿਹੜਾ ਬੋਰਡ ਆਫ ਕੰਟਰੋਲ ਬਣਾਇਆ ਉਸ ਨੂੰ ਵੀ ਅਸੀਂ ਅਬੋਲਿਸ਼ ਕਰ ਦਿੰਦੇ ਹਾਂ। ਤਾਂ ਬੇਸਿਕਲੀ ਇਹਨਾਂ ਨੇ ਲੋਕਾਂ ਨੂੰ ਖੁਸ਼ ਕਰਨ ਪਿੱਛੇ ਨਾਲ ਦੀ ਨਾਲ ਜਿਹੜੇ ਬੋਰਡ ਬਣੇ ਹੋਏ ਸੀ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰ, ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰਤਾ ਕਿ ਚਲੋ ਅਸੀਂ ਇਸ ਨੂੰ ਖਤਮ ਕਰ ਰਹੇ ਹਾਂ। ਰਾਈਟ, ਕਹਿੰਦੇ ਭਾਈ ਠੀਕ ਆ, ਹੁਣ ਅਸੀਂ ਜਦੋਂ ਇਹ ਦੋਨੇ ਖਤਮ ਕਰਤੇ ਤਾਂ ਹੁਣ ਅਸੀਂ ਸੈਕਟਰੀ ਆਫ ਸਟੇਟ ਰੱਖਾਂਗੇ। ਸੈਕਟਰੀ ਆਫ ਸਟੇਟ ਕੌਣ ਹੋਊਗਾ? ਜਿਹੜਾ ਕਿ ਡਾਇਰੈਕਟ ਕੁਈਨ ਆਫ ਇੰਗਲੈਂਡ ਨੂੰ यानी रिस्पॉन्सिबल होगा, यानी डायरैक्ट ब्रिटिश पार्लीमेंट में रिस्पॉन्सिबल होगा। भी सैकरेटरी ऑफ स्टेट असीं रखते हैं। सैकरेटरी ऑफ स्टेट ऑफ इंडिया इहनूं कहा गया कि एक तुहाडा सैकरेटरी होगा, तुहाडीआं जिहड़ियां समस्यावां दा हल हुण डायरैक्टली ब्रिटिश पार्लीमेंट करूगी। राइट, गल्लां बातां उही बस टॉफियां। राइट, तो कहते भाई हुण इहदे विच जो सैकरेटरी ऑफ स्टेट नूं यानी जिहड़ा एसोसीएट करनगे, यानी इहदी हैल्प वास्ते वो 15 मैंबर होणगे ते कंप्लीट अथॉरिटी होगी। तो यह भी कहा गया कि 15 मैंबरों के असीं इंडियन पावांगे, जिहड़े कि इन्होंने पाए नहीं, मिठियां गोलियां हो गई। राइट, सो बेसिकली 1858 का जिहड़ा 57 का जिहड़ा विद्रोह सी उस तो बाद लोगों को खुश करने पिछे यह एक्ट आया। राइट, फिर इस तो बाद जेकर आपां गल करिए तो गवर्नर आ जिहड़ा कहंदे भाई उहनूं वायसराय कहांगे, ये गवर्नर जनरल कर लो। गवर्नर जनरल आ जिहड़ा कहंदा उसनूं असीं वायसराय कहांगे। गल्लां बातां कुछ नहीं, क्योंकि गवर्नर जनरल ऑफ इंडिया भी लॉर्ड कैनिंग ही सी ते उस तो बाद इसे नूं वायसराय कहण लग गए। लोग कहंदे चलो ठीक है भाई हुण तां वायसराय आ गया, पर है तां वायसराय भी उही सी। राइट, सो बेसिकली लास्ट जिहड़ा गवर्नर जनरल सीगा ओह लॉर्ड कैनिंग है एंड फस्ट वायसराय भी लॉर्ड कैनिंग है। गल्लां बातां उही। राइट, तो भाई रॉयल ऑफ प्रोक्लेमेशन, मैग्ना कार्टा ऑफ लिबर्टीज, एश्योरेंस वगैरह दिते गए। राइट, रॉयल ऑफ प्रोक्लेमेशन यानी एक बहुत वड्डी प्रोक्लेमेशन आई भी असीं ऐं कर देंगे, तुहानूं एश्योरेंस दी गई कि असीं ऐं करांगे, फलाना करांगे, त्योंका करांगे। लोग खुश हो गए, कहते चलो भाई ठीक है, विद्रोह शांत हो गया। राइट, एश्योरेंस दे विच की सी देखो, एक तो जिहड़ी मैं तुहानूं गल दसी है डॉक्ट्रिन ऑफ लैप्स, जिहड़ा आपां पढ़ांगे हिस्टरी दे विच कि बहुत सारे एरिए से जिथे मान ला कोई राजा जिवें रानी झांसी की कोई अपनी औलाद नहीं सी, कहंदे भाई हुण तेरा एरिया साडा हो गया। यानी क्योंकि पहला की हो सका भी ओहदी औलाद गाहां दी गाहां वो राजे बनते जाते सी। कहंदे भाई जिन्हां दी अपनी औलाद नहीं हैगी असीं उन्हां नूं डॉक्ट्रिन ऑफ लैप्स के अधीन अपने राज दे विच शामिल कर लांगे। ब्रिटिश कहंदे। राइट, तो कहंदे भाई अश्योरेंस दित्ती गई, कहंदे इस नूं असीं अबॉलिश कर दांगे। दूसरा कहंदे असीं कोई डिस्क्रिमिनेशन नहीं करांगे रिगार्डिंग अपॉइंटमेंट्स। क्यों? क्योंकि लैजिस्लेटिव कौंसल बन गई, एग्जीक्यूटिव कौंसल बन गई, लोकल गवर्नमेंट बॉडीज बन गई, लोकल रिप्रैजेंटेशन इंट्रोड्यूस करती। इंडियन ਉਹਦੇ ਵਿੱਚ कोई भी नहीं। कहते भाई असीं कोई डिस्क्रिमिनेशन नहीं करांगे। तो बाकी जिहड़ा ICS हुंदा सी उत्थे भी बड़ा डिस्क्रिमिनेट किया जाता सी। जो सिविल सेवावां जिहड़ियां स्टार्ट हुई सी इंडियन वास्ते, तो वह भी एक तरीके का बहुत भुचाल सी इंडियंस वास्ते। उन्ना जद जिवें फॉर एग्जाम्पल पेपर उन्होंने बाहर देण जाना पैंदा सी, बाहर उन्होंने कोई जाण दिंदा नहीं सी। इंडिया दे विच पेपर हजे होण नहीं लगे। राइट, सो बेसिकली काफ़ी ज़्यादा डिस्क्रिमिनेशन होंदियां सी। सो इस करके कहते रिगार्डिंग अपॉइंटमेंट्स, जां ये कह लो भी जेकर फौज दे विच कोई भर्ती हुंदा सीगा, ब्रिटिश फौज दे विच कोई भर्ती हुंदा सी तां इंडियन की तनख्वाह घट हुंदी सी, उन्हां दी ज़्यादा हुंदी सी। जां कह लो भी एक तरीके का ਉਹੋ ਜਿਹਾ ਵਿਤਕਰਾ नहीं किया जाता सी अपने नाल। सो कहते भाई असीं डिस्क्रिमिनेशन भी नहीं करांगे। इस तो बाद कहता ऑनर इंडियन कस्टम्स एंड ट्रेडिशन, जिवें सती प्रथा का अंत होना, हालांकि वो तो चलो सही भी सी एक तरीके का, बट फिर भी काफ़ी सारिया ऐसिया सोशल रिलीजियस मूवमेंट्स भी इस टाइम पर आईयां सी, आपां हिस्टरी विच पढ़ांगे। सो कहने का मतलब भी कहते इंडियंस की जो ट्रेडिशन है, जो कस्टम है, जो परंपरावां, जो इन्हां दा रिलीजियस मामला है बेसिकली उस असीं दखलअंदाजी नहीं करांगे, यानी उन्हां दी असीं रिस्पैक्ट करांगे। सो ये बेसिकली एश्योरेंस दिते गए, पर यह उन्होंने चंगी तरह निभाए नहीं। इस करके फिर 1861 के सारा कुछ आना पाया। सो इस करके प्रॉब्लम की आईयां, कहते इंटरनल एडमिनिस्ट्रेशन हजे भी सेम ही सी। जिवें मैं तुहानूं दस्सिया कि कहते भाई हुण गवर्नर जनरल ऑफ इंडिया जिहड़ा वायसराय होगा, गल्लां बातां तो उही बंदे, वो लैजिस्लेटिव कौंसल, वो एग्जीक्यूटिव कौंसल, वो लोकल बॉडीज, वो सारा कुछ ही हो। तो इंटरनल एडमिनिस्ट्रेशन हजे भी उही सी, यानी प्रॉब्लम हजे भी उही आ। अश्योरेंस वाज नॉट कैप्ट, ऑब्वियस गल है। राइट आ, सो उही गल आ गया कि भाई कहते हुण असीं कोऑपरेट करांगे, कोऑपरेशन कहते इंडियंस नूं असीं इनकलूड करांगे। तो इस करके कहते हुण असीं इंडियन कौंसल एक्ट 1861 लैके आ रहे हैं। तो हुण इंडियन कौंसल एक्ट इहनूं तां कहंदे क्योंकि स्पैशल कौंसल करके ही यह एक्ट आया, क्योंकि अपनी कौंसल यानी अपनी पार्लीमेंट दे विच ही भर्ती
नहीं सी, इस करके कहा गया भी ਤੁਹਾਨੂੰ ਹੁਣ ਪਾਰਲੀਮੈਂਟ यानी ਜਿਹੜੀ ਮਿੰਨੀ ਪਾਰਲੀਮੈਂਟ ਕਹੀ ਗਈ ਆ, ਕੌਂਸਲ ਕਹੀ ਗਈ, ਅਸੀਂ ਉਹਦੇ ਵਿੱਚ ਤੁਹਾਨੂੰ ਵਾੜਾਂਗੇ ਕਿ ਤੁਹਾਡੀ ਰਿਪਰੈਜ਼ੈਂਟੇਸ਼ਨ ਕਰਾਂਗੇ, ਡਾਇਰੈਕਟ ਇੰਡੀਅਨਸ ਨੂੰ ਭਰਤੀ ਕਰਾਂਗੇ, ਤਾਂ ਤੁਸੀਂ ਫਿਕਰ ਨਾ ਕਰੋ। ਕਹਿੰਦੇ ਭਾਈ 1861 ਅਸੀਂ ਲੈ ਕੇ ਆ ਰਹੇ ਹਾਂ। ਤਾਂ 1858 ਤੁਹਾਨੂੰ ਵੈਸੇ ਮੈਂ ਸਮਝਾਤਾ, ਪਰ ਫਿਰ ਵੀ ਆਪਾਂ ਕੱਲਾ ਕੱਲਾ ਪੁਆਇੰਟ ਆ ਜਿਹੜਾ ਪੜਾਂਗੇ ਜ਼ਰੂਰ, ਰਾਈਟ ਹੈ। ਕੱਲਾ ਕੱਲਾ ਪੁਆਇੰਟ ਪੜ੍ਹਦੇ ਹਾਂ। ਗਵਰਨਮੈਂਟ ਆਫ ਇੰਡੀਆ ਐਕਟ 1858, ਰਾਈਟ ਹੈ। ਅੱਛਾ ਚਲੋ, ਤਾਂ ਹੁਣ ਇੱਥੇ ਆਉਣੇ। ਅੱਛਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਭਾਈ ਜੇਕਰ ਮੰਨ ਲਓ ਤੁਸੀਂ ਇਹ ਹੁਣ ਸਾਰਾ ਕੁਝ ਦੇਖੀ ਜਾਂਦੇ ਹੋ, ਹਜੇ ਸੈਕੰਡ ਲੈਕਚਰ ਹੈ, ਤਾਂ ਮੈਨੂੰ ਲੱਗਦਾ ਸ਼ਾਇਦ ਮੈਂ ਕਿਤੇ ਨਾ ਕਿਤੇ YouTube ਤੇ ਇਹ ਵੀ ਪਾ ਦਾਂ, ਪਤਾ ਨਹੀਂ, ਹਜੇ ਪੱਕਾ ਨਹੀਂ ਪਤਾ YouTube ਤੇ ਪਾਵਾਂ ਜਾਂ ਨਾ ਪਾਵਾਂ। ਪਰ ਜੇ ਮੈਂ YouTube ਤੇ ਪਾਤਾ ਤਾਂ YouTube ਵਾਲੇ ਨੂੰ ਮੈਂ ਦੱਸਣਾ ਚਾਹੁੰਦਾ ਕਿ ਭਾਈ ਇਹ ਜੋ ਹੈ ਕੋਰਸ, ਇਹ ਬੇਸਿਕਲੀ ਪੇਡ ਕੋਰਸ ਦਾ ਇੱਕ ਹਿੱਸਾ ਹੈ, ਰਾਈਟ। ਕਈ ਵਾਰੀ ਮੈਂ YouTube ਤੇ ਪਾ ਦਿੰਦਾ ਜਸਟ ਦਿਖਾਉਣ ਵਾਸਤੇ ਕਿ ਇੰਨੇ ਤਰੀਕੇ ਦੇ ਨਾਲ ਪੜਾਇਆ ਜਾਂਦਾ, ਐਂਡ ਇਹ ਸਾਰਾ ਕੁਝ ਤੁਹਾਨੂੰ PDF ਫਾਰਮ ਦੇ ਵਿੱਚ ਜ਼ਰੂਰ ਮਿਲੂਗਾ। ਸੋ ਜੇਕਰ SSSB GK ਦੀ ਤਿਆਰੀ ਕਰਦੇ ਹੋ, ਜੇਕਰ SSSB ਵਾਸਤੇ ਸਾਰੇ ਸਬਜੈਕਟਾਂ ਦੀ ਤਿਆਰੀ ਕਰਦੇ ਹੋ, ਜਾਂ ਕਹਿ ਲਓ ਵੀ ਕਿਸੇ ਵੀ ਪੇਪਰ ਵਾਸਤੇ ਤੁਸੀਂ ਪੜ੍ਹ ਰਹੇ ਹੋ, ਤਾਂ ਇਸ GK ਨੂੰ ਤੁਸੀਂ ਪੜ੍ਹ ਸਕਦੇ ਹੋ। ਇਸੇ ਤਰੀਕੇ ਦੇ ਨਾਲ ਪੰਜਾਬ GK, ਇਸੇ ਤਰੀਕੇ ਦੇ ਨਾਲ ਬਾਕੀ ਸਬਜੈਕਟ ਆ ਜਿਹੜੇ ਉਹ ਚੱਲਣਗੇ, ਰਾਈਟ। ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਇਹ ਹੋ ਹੀ ਰਿਹਾ ਹੈਗਾ, ਤਾਂ ਪ੍ਰੋਪਰ ਤਰੀਕੇ ਦੇ ਨਾਲ PDF ਵਗੈਰਾ। ਅੱਛਾ, ਜਿਹੜੇ ਪੇਡ ਕੋਰਸ ਦੇ ਵਿੱਚ ਆਲਰੇਡੀ ਹੈਗੇ ਆ, ਚੈਟ ਬਾਕਸ ਦੇ ਵਿੱਚ ਜਾ ਕੇ PDF ਜ਼ਰੂਰ ਡਾਊਨਲੋਡ ਕਰ ਲਿਆ ਕਰੋ, ਅਗਲੀ ਕਲਾਸ ਤੋਂ ਪਹਿਲਾਂ PDF ਤੁਹਾਨੂੰ ਮਿਲ ਜਾ ਕਰਨੀ ਆ। ਚਲੋ, ਤਾਂ ਹੁਣ ਗਵਰਨਮੈਂਟ ਆਫ ਇੰਡੀਆ ਐਕਟ 1858 ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਐਂਡਡ ਦਾ ਸਿਸਟਮ ਆਫ ਡਬਲ ਗਵਰਨਮੈਂਟ ਬਾय ਅਬੋਲਿਸ਼ਿੰਗ ਦਾ ਬੋਰਡ ਆਫ ਕੰਟਰੋਲ ਐਂਡ ਕੋਰਟ ਆਫ ਡਾਇਰੈਕਟਰ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਕੋਰਟ ਆਫ ਡਾਇਰੈਕਟਰ ਤੇ ਬੋਰਡ ਆਫ ਕੰਟਰੋਲ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ, ਇਹ ਵੀ ਹੋ ਗਿਆ। ਗਵਰਨਰ ਜਨਰਲ ਆਫ ਇੰਡੀਆ ਵਾਜ਼ ਨਾਓ ਨੋਨ ਐਜ਼ ਵਾਇਸਰਾਏ ਆਫ ਇੰਡੀਆ, ਇਹ ਵੀ ਹੋ ਗਿਆ। ਇਸ ਤੋਂ ਬਾਅਦ ਕਹਿੰਦਾ ਲਾਰਡ ਕੈਨਿੰਗ ਹੈ ਜਿਹੜਾ, ਉਹੀ ਲਾਸਟ ਗਵਰਨਰ ਜਨਰਲ ਆਫ ਇੰਡੀਆ ਐਂਡ ਉਹੀ ਫਸਟ ਵਾਇਸਰਾਏ ਹੋ ਗਿਆ ਇਹ ਵੀ। ਇਸ ਤੋਂ ਬਾਅਦ ਆਫਿਸ ਆਫ ਸੈਕਟਰੀ ਕਹਿੰਦਾ ਬਣਾਇਆ ਗਿਆ, ਜਿਹਦੇ ਵਿੱਚ ਟੋਟਲ ਉਹਨੂੰ ਮੈਂਬਰ ਕਿੰਨੇ ਦਿੱਤੇ ਗਏ ਨਾਲ ਐਸੋਸੀਏਟ ਕਰਨ ਵਾਸਤੇ 15 ਮੈਂਬਰ। ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ। ਜਦੋਂ ਆਪਾਂ 1773 ਦੀ ਗੱਲ ਕਰਦੇ ਹਾਂ ਤਾਂ ਉਦੋਂ ਗਵਰਨਰ ਜਨਰਲ ਕੌਂਸਲ ਬਣਦੀ ਆ, ਉਦੋਂ ਗਵਰਨਰ ਜਨਰਲ ਕੌਂਸਲ ਬਣਦੀ ਹੈ। ਤੇ ਯਾਦ ਹੋਣਾ ਚਾਹੀਦਾ, ਜੇ ਮੈਂ ਪੁੱਛਾਂ ਕਿ ਇਹਨੂੰ ਕਿੰਨੇ ਮੈਂਬਰ ਐਸੋਸੀਏਟ ਕਰਦੇ ਸੀ ਤਾਂ 4 ਮੈਂਬਰ ਸੀ, ਕੁਐਸਚਨ ਆਉਂਦੇ ਹੁੰਦੇ ਆ ਇਹ। ਸੋ ਇਹ ਕਾਫੀ ਇੰਪੋਰਟੈਂਟ ਹੈ। 1858 ਦੇ ਵਿੱਚ ਜਦੋਂ ਆਪਣੀ ਜਿਹੜੀ ਸੈਕਟਰੀ ਆਫ ਸਟੇਟ ਬਣਿਆ, ਉਹਨੂੰ 15 ਮੈਂਬਰ ਐਸੋਸੀਏਟ ਕਰ ਰਹੇ ਆ, ਐਂਡ ਗਵਰਨਰ ਜਨਰਲ ਕੌਂਸਲ ਜਦੋਂ 1773 ਦੇ ਵਿੱਚ ਬਣੀ ਆ ਤਾਂ ਉਹਨੂੰ 4 ਮੈਂਬਰ ਨੇ ਐਸੋਸੀਏਟ ਕੀਤਾ। ਸੋ ਇਹ ਯਾਦ ਰੱਖਣੇ, ਦੋਨੇ ਕੁਐਸਚਨ ਹੀ ਪੁੱਛੇ ਗਏ ਆ, ਰਾਈਟ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਅਗਲੇ ਦੀ, ਕਹਿੰਦਾ ਸੈਕਟਰੀ ਆਫ ਸਟੇਟ ਵਾਜ਼ ਅਲਟੀਮੇਟਲੀ ਰਿਸਪੌਂਸਿਬਲ ਟੂ ਦਾ ਬ੍ਰਿਟਿਸ਼ ਪਾਰਲੀਮੈਂਟ, ਯਾਨੀ ਹੁਣ ਡਾਇਰੈਕਟ ਕੁਈਨ ਨਾਲ ਗੱਲ ਕਰ ਸਕਦਾ, ਬ੍ਰਿਟਿਸ਼ ਪਾਰਲੀਮੈਂਟ ਨੂੰ ਡਾਇਰੈਕਟਲੀ ਰਿਸਪੌਂਸਿਬਲ ਹੈ, ਰਾਈਟ ਹੈ, ਯਾਨੀ ਲੋਕਾਂ ਦੀ ਸਮੱਸਿਆ ਵਗੈਰਾ ਜਿਹੜੀ ਮੈਂ ਪੜਾਇਆ ਸੀ। ਠੀਕ ਹੋ ਗਿਆ ਭਾਈ। ਹੁਣ ਜੋ ਆਪਾਂ ਪ੍ਰੋਬਲਮਾਂ ਦੀ ਗੱਲ ਕੀਤੀ, ਸਾਰੀ ਗੱਲਬਾਤ ਤੁਹਾਨੂੰ ਗਾਥਾ ਮੈਂ ਸਮਝਾਤੀ। ਹੁਣ ਸਿੱਧਾ ਕਹਿੰਦੇ ਭਾਈ ਇੰਡੀਅਨ ਕਾਉਂਸਲ ਐਕਟ 1861 ਆਊਗਾ। ਤਾਂ ਇੰਡੀਅਨ ਕਾਉਂਸਲ ਐਕਟ 1861 ਕੀ ਹੈ, ਧਿਆਨ ਦੇ ਨਾਲ। ਕਹਿੰਦਾ ਇਟ ਪ੍ਰੋਵਾਈਡਡ ਦਾ ਐਸੋਸੀਏਸ਼ਨ ਆਫ ਇੰਡੀਅਨ ਵਿਦ ਦਾ ਲਾਅ ਮੇਕਿੰਗ ਪ੍ਰੋਸੈਸ। ਲਾਅ ਮੇਕਿੰਗ ਪ੍ਰੋਸੈਸ ਦਾ ਮਤਲਬ ਕੀ, ਲੈਜਿਸਲੇਟਿਵ ਕਾਉਂਸਲ। ਲੈਜਿਸਲੇਟਿਵ ਕਾਉਂਸਲ ਦੇ ਵਿੱਚ ਕਹਿੰਦੇ ਭਾਈ ਹੁਣ ਅਸੀਂ ਇੰਡੀਅਨ ਨੂੰ ਭਰਤੀ ਕਰਾਂਗੇ, ਫਿਕਰ ਨਾ ਕਰੋ। ਯਾਨੀ ਪਹਿਲਾ ਪੁਆਇੰਟ ਇੰਪੋਰਟੈਂਟ ਬਣ ਗਿਆ ਕਿ ਕਿਹੜੇ ਐਕਟ ਦੇ ਅਧੀਨ ਕਿਹਾ ਗਿਆ ਕਿ ਅਸੀਂ ਇੰਡੀਅਨ ਦੀ ਭਰਤੀ ਕਰਾਂਗੇ ਲੈਜਿਸਲੇਟਿਵ ਕਾਉਂਸਲ ਦੇ ਵਿੱਚ, ਲਾਅ ਮੇਕਿੰਗ ਪ੍ਰੋਸੈਸ ਦੇ ਵਿੱਚ, ਤੇ 1861 ਇੰਡੀਅਨ ਕਾਉਂਸਲ ਐਕਟ। ਦੂਸਰਾ ਪੁਆਇੰਟ ਕੀ ਹੈ, ਕਹਿੰਦਾ ਇੰਡੀਅਨਸ ਵਰ ਅਪਾਇੰਟਡ ਐਜ਼ ਨਾਨ ਅਫੀਸ਼ੀਅਲ ਮੈਂਬਰ ਇਨ ਐਗਜ਼ੀਕਿਊਟਿਵ ਕਾਉਂਸਲ। ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਵੀ ਪਰ ਉਹਨਾਂ ਨੂੰ ਨਾਨ ਅਫੀਸ਼ੀਅਲ ਮੈਂਬਰ ਕਿਹਾ ਜਾਊਗਾ। ਇਹਦੀ ਸਮਝ ਤੁਹਾਨੂੰ ਗਾਹਾਂ ਜਾ ਕੇ ਲੱਗੂਗੀ। ਇਹ ਨਾਨ ਅਫੀਸ਼ੀਅਲ ਮੈਂਬਰ ਦਾ ਮਤਲਬ ਜਸਟ ਇੱਥੇ ਇੰਨਾ ਕੁ ਸਮਝ ਲਓ, ਅਫੀਸ਼ੀਅਲ ਮੈਂਬਰ ਦਾ ਮਤਲਬ ਡਾਇਰੈਕਟਲੀ ਜੋ ਬ੍ਰਿਟਿਸ਼ ਦੇ ਬੰਦੇ ਆ, ਨਾਨ ਅਫੀਸ਼ੀਅਲ ਮਤਲਬ ਜੋ ਇੰਡੀਅਨ ਹੈ। ਤਾਂ ਇਹਨਾਂ ਨੂੰ ਵੀ ਹਜੇ ਵੀ ਬਹੁਤ ਸਾਰਾ ਕੁਝ ਹੈ, ਸਿਰਫ ਕੱਲੀ ਰੀਪ੍ਰੈਜ਼ੈਂਟੇਸ਼ਨ ਮਿਲੀ ਹੈ, ਨਾ ਇਹਨਾਂ ਨੂੰ ਬੋਲਣ ਦਾ ਅਧਿਕਾਰ ਹੈ, ਨਾ ਇਹਨਾਂ ਨੂੰ ਡਿਸਕਸ਼ਨ ਦਾ ਅਧਿਕਾਰ ਹੈ, ਕੁਝ ਨਹੀਂ ਹੈਗਾ, ਤੇ ਨਾ ਇਹਨਾਂ ਨੂੰ ਐਡਵਾਈਸ ਦੇਣ ਦਾ ਅਧਿਕਾਰ ਹੈ। ਬਸ ਬੈਠੋ, ਕੱਲਾ ਮਾੜਾ ਮੋਟਾ ਬੋਲ ਸਕਦੇ ਹੋ, ਪਰ ਉਹ ਮੰਨਣਾ ਨਾ ਮੰਨਣਾ ਬ੍ਰਿਟਿਸ਼ ਦੀ ਹੀ ਮਰਜ਼ੀ ਹੈ। ਸੋ ਬੇਸਿਕਲੀ ਇੱਕ ਤਰੀਕੇ ਦੇ ਨਾਨ ਅਫੀਸ਼ੀਅਲ ਮੈਂਬਰ ਭਰਤੀ ਚਲੋ ਠੀਕ ਆ, ਹਾਂਜੀ ਐਂਟਰੀ ਤਾਂ ਹੋਈ, ਰਾਈਟ। ਸੋ ਬੇਸਿਕਲੀ ਇੰਡੀਅਨਸ ਵਰ ਅਪਾਇੰਟਡ ਐਜ਼ ਨਾਨ ਅਫੀਸ਼ੀਅਲ ਮੈਂਬਰਸ ਇਨ ਦਾ ਐਗਜ਼ੀਕਿਊਟਿਵ ਕਾਉਂਸਲ। ਸੋ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚ ਵੀ ਇੰਡੀਅਨ ਦੀ ਭਰਤੀ ਕਹਿੰਦੇ ਕਰਾਂਗੇ, ਐਂਡ ਨਾਨ ਅਫੀਸ਼ੀਅਲ ਮੈਂਬਰ ਐਜ਼ ਏ ਨਾਨ ਅਫੀਸ਼ੀਅਲ ਮੈਂਬਰ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਵੀ ਭਰਤੀ ਹੋਣਗੇ ਇੰਡੀਅਨਸ। ਯਾਨੀ ਦੋਨੇ ਚੀਜ਼ਾਂ ਆ ਗਈਆਂ, ਲੈਜਿਸਲੇਟਿਵ ਕਾਉਂਸਲ ਤੇ ਐਗਜ਼ੀਕਿਊਟਿਵ ਕਾਉਂਸਲ। ਇਸ ਤੋਂ ਬਾਅਦ 1862 ਦੇ ਵਿੱਚ ਇਨ 1862 ਲਾਰਡ ਕੈਨਿੰਗ ਅਪਾਇੰਟਡ 3 ਇੰਡੀਅਨਸ। ਉਹ ਤਿੰਨੇ ਇੰਡੀਅਨ ਕਾਫੀ ਇੰਪੋਰਟੈਂਟ ਹੈ, 4 ਹੋ ਗਿਆ ਸੀ 3, ਉਹ ਤਿੰਨੇ ਇੰਡੀਅਨ ਕਾਫੀ ਇੰਪੋਰਟੈਂਟ ਹੈ। ਕੌਣ ਕੌਣ ਹੈ ਉਹ, ਤਾਂ ਉਹ ਭਾਈ ਇੱਕ ਤਾਂ ਹੈਗਾ ਰਾਜਾ ਸਰ ਦਿਓ ਨਾਰਾਇਣ। ਰਾਜਾ ਸਰ ਦਿਓ ਨਾਰਾਇਣ ਕੌਣ ਹੈ, बनारस का राजा, राइट आ, राजा ऑफ बनारस, यानी राजा सर दियो नारायण सिंह ऑफ बनारस, राजा ऑफ बनारस। किताबों के आम तौर पर लिखा होंगे राजा ऑफ बनारस, महाराजा ऑफ पटियाला, तो या फिर लिखा होंगे तुहाडा सर दिनकर राव। तो आपको महाराजा ऑफ पटियाला भी बेसिकली पता होना चाहिए। सो बेसिकली याद रखो सर, ये नाम याद रखने किताबों के आम तौर पर होंगे नहीं। राजा सर दियो नारायण सिंह जिहड़ा कि राजा ऑफ बनारस सीगा,
नरिंदर सिंह जिहड़ा कि महाराजा ऑफ पटियाला सी एंड सर दिनकर राव। सर दिनकर राव दी ये एक प्रोमीनेंट परसन सी, ये कोई राजा नहीं सी, एक प्रोमीनेंट परसन सी, तो इसनूं एक एज ए परसन ही लिया गया। इन्हां दी डेजिग्नेशन इस करके लिखी जाती है क्योंकि डेजिग्नेशन सी, ये महाराजा ऑफ पटियाला सी एंड ए राजा ऑफ बनारस सी। दोनों के नाम जरूर याद रखने, दियो नारायण हो गया महाराजा ऑफ पटियाला यानी नरिंदर सिंह हो गए एंड सर दिनकर राव यानी इंडियंस नूं लै लिया गया लॉर्ड कैनिंग द्वारा। राइट, सो ये तुसीं जरूर याद रखना है। 1862 के विच एक्ट किहड़ा हैगा 1861। इस तो बाद इट स्टार्टड द प्रोसैस ऑफ डिसेंट्रलाइजेशन, लैजिस्लेटिव पावर ऑफ बॉम्बे एंड मद्रास वर रीस्टोर्ड। आ गया याद कि नहीं? इस तो पहले तुहानूं मैं दस्सिया सी यह पॉइंट याद करना गा, यह पॉइंट याद करना गा। इस तो पहला मैं यह चीज़ दस के हटिया भाई, ध्यान दे नाल आह इंपॉर्टेंट पॉइंट 1833 एक्ट के अधीन मैं तुहानूं दस्सिया सी कि जिहड़ी लैजिस्लेटिव पावर है बॉम्बे ते मद्रास की उसनूं खत्म कर दिता गया। ये याद रखने का तरीका भी दस्सिया सी कि जदों चाह ते चाइना वाला व्यापार खत्म होया तो गवर्नर जनरल ऑफ बंगाल नूं गवर्नर जनरल ऑफ इंडिया कहन लगी, उदों यह याद रखना कि लैजिस्लेटिव पावर भी खत्म की गई है बॉम्बे ते मद्रास की, पर उसनूं रीस्टोर्ड करता 1858 तो बाद 1861 दे विच। राइट, ये याद रखना गा। कारण की है हुण, इहदा कारण की है? ये डिसेंट्रलाइजेशन। डिसेंट्रलाइजेशन का मतलब पावरां नूं लोकल लैवल तक पहुँचाना, क्योंकि इंडियंस की भर्ती हो चुकी है। राइट, सो इट स्टार्टड द प्रोसैस ऑफ डिसेंट्रलाइजेशन यानी लैजिस्लेटिव पावर जी बॉम्बे ते मद्रास दी रीस्टोर की गई। सो ये दोनों पॉइंट ही याद रखने कि खत्म कदों किया गया 1833 दे विच एंड रीस्टोर कदों किया गया 1861 दे विच। ये सारा कुछ याद रखना इंपॉर्टेंट है। ठीक है, हुण जदों आपां इंडियंस की भर्ती कर ली तो आप हम लोकल लैवल पर भी लैजिस्लेटिव कौंसल बनाने लग गए, यानी न्यू लैजिस्लेटिव कौंसल बनिया वर एस्टैबलिश्ड। बंगाल दे विच बनी 1862 दे विच। NW प्रोविंसेस यानी कि नॉर्थ वैसट प्रोविंस दे विच 1886 दे विच एंड पंजाब दे विच 1897। ये ईयर याद रखने काफ़ी इंपॉर्टेंट है। 1862 दे विच बंगाल है, 1886 दे विच नॉर्थ वैसट प्रोविंस है, 1897 दे विच पंजाब है। इत्थे यानी कि पूर्ण तौर पर आप लैजिस्लेटिव कौंसल एस्टैबलिश कर चुके हैं। राइट हो गया। तो किहड़ा एक्ट है? वो 1861 वाला एक्ट है। जे एक्ट पूछा जाए तो 1861 नहीं, इत्थों तुहानूं जेकर क्वेश्चन आया भी कदे तो पूछया तुहानूं ईयर ही जाऊगा। इस तो बाद 6वां पॉइंट कहता इट गेव रैकगनीजन टू द पोर्टफोलियो सिस्टम इंट्रोड्यूस्ड बाय द लॉर्ड कैनिंग इन 1859। हुण जदों बहुत जाणिਆਂ की भर्ती होने लग गई तो हुण पोर्टफोलियो सिस्टम भी चालू करता। जिवें अजकल आप पोर्टफोलियो देखते हैं कि फलाना इस चीज़ का मिनिस्टर, फलाना इस चीज़ का मिनिस्टर, तो अलग अलग मिनिस्ट्रीयल पावर जिहड़ियां वो देन लग गए भी तुसीं भाई सिर्फ यानी इस डिपार्टमेंट वास्ते ही काम करना, तुसीं इस डिपार्टमेंट वास्ते काम करना, अलग अलग यानी पोर्टफोलियो सिस्टम चालू हो गए। यानी इट गेव रैकगनीशन टू द पोर्टफोलियो सिस्टम इंट्रोड्यूस बाय द लॉर्ड कैनिंग 1859। ये 1859 और 1861 किमें है? बेसिकली 1859 दे विच लॉर्ड कैनिंग ने सुझाव दिता सी, सुजैसट कीता सी कि भाई अपने जिहड़े पोर्टफोलियो सिस्टम होना चाहिए गा, पोर्टफोलियो सिस्टम होना चाहिए, पर वो रैकगनीशन उन्होंने कदों मिली जानी, वो एक्सैप्ट कदों किया गया? इंडियन कौंसल एक्ट 1861 के अधीन। 1859 के विच तां जस्ट सुजैशन आई सी, बट रैकगनाइजेशन कदों मिलिया? 1861 के अधीन। राइट, असो याद रखना है। इस तो बाद आ गया इंपावर्ड वायसराय टू इशू ऑर्डीनेंस। हुण वायसराय जिहड़ा बेसिकली अध्यादेश जारी कर सकता है, जिवें आपां अजकल प्रेजिडेंट की गल करते हैं, अध्यादेश जारी कर सकता। राइट, सो इंपावर्ड वायसराय टू इशू ऑर्डीनेंस। सो निक्कियां निक्कियां चीज़ां जिहड़ियां कि मैं इन्ने तोड़ के पॉइंट इस करके लिखाया भी कितों भी क्वेश्चन जिमें भी पूछा जा सकता, बस तुसीं आराम नाल कर लो। तो जो PDF फॉर्म के तुहानूं मिलूगी ये चीज़, तो तुसीं प्रिंट आउट कढोगे तो किन्ने वधिया तरीके नाल तुहाडे नोट्स बन जाणगे। कल्ली क्लास के जो नोट्स बन गए उन्होंने कंबाइन कर लो, पॉलिटी के सारे नोट्स बन गए एंड MCQ तो आप करांगे ही करांगे। राइट हो गया। किन्ने टाइम की वीडियो बन गई? 38। तो मैनू ऐ लगता भी आप 1892 भी पढ़ ही लीए, चलो ठीक 1892 पढ़ लेने बस, ठीक आखिरी है। इस तो बाद 1909, 1919 फिर 1935 ਜਾਂ ਉਸ ਤੋਂ ਪਹਿਲੇ ਵਿਚਾਲੇ ਸਾਈਮਨ ਕਮਿਸ਼ਨ ਵੀ ਆਊਗਾ, है ना, वो आप एक अलग क्लास पढ़ लाँगे यानी अगली क्लास। तो हुण आप इंडियन कौंसल एक्ट 1892 की गल करते हैं। तो हुण फिर वही गल है कि जेकर सीक्वेंस चलीए तो 1773 है जी, फिर 84 है, 93 है, 1813, 33, 53, 58 तो 61 आ गया। राइट, हुण इंडियन कौंसल एक्ट जिहड़ा आया 1892 जी। तो हुण हालांकि ये कख भी नहीं है, नॉन ऑफिशियल मैंबरों की गिणती को बढ़ाया गया बस। राइट, इट इनक्रीज्ड नंबर ऑफ नॉन ऑफिशियल मैंबर। हुण नॉन ऑफिशियल मैंबर कौन है भला? इंडियन है, याद रखियो। एंड कास्ट के एग्जीक्यूटिव कौंसल के एग्जीक्यूटिव कौंसल के तो इन्हों की गिणती को बढ़ा दिता गया
नॉन ऑफिशियल मैंबर इन द सेंट्रल एंड प्रोविंशियल लैजिस्लेटिव काउंसिल। ये प्रोविंशियल का मतलब की है ਜਿਹੜੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਸੀ प्रोविंशियल यानी जो ਆਪਾਂ ਕਿਹਾ ਸੀ ਕਿ ਬੰਗਾਲ ਦੇ ਵਿੱਚ यानी ਲੋਕਲ ਲੈਵਲ ਤੇ ਜਿਹੜੀਆਂ ਲੈजिस्लेटिव ਕਾਉਂਸਲਾਂ ਬਣਨ ਲੱਗ ਗਈਆਂ ਰਾਈਟ ਆ। प्रोविंशियल ਲੈजिस्लेटिव ਕਾਉਂਸਲਾਂ ਹੋ ਗਈਆਂ, ਉਹਨਾਂ ਦੇ ਵਿੱਚ ਨॉन ऑफिशियल ਮੈਂਬਰ ਦੀ ਭਰਤੀ ਕੀਤੀ ਗਈ ਲੈजिस्लेटिव ਕਾਉਂਸਲ ਜਾਂ ਫਿਰ ਐਗਜ਼ੀਕਿਊਟਿਵ ਕਾਉਂਸਲ यानी ਉਹਨਾਂ ਦੀ ਗਿਣਤੀ ਵਧਾ ਦਿੱਤੀ ਗਈ। ਕੋਈ ਬਹੁਤਾ ਜ਼ਿਆਦਾ ਇੰਪੋਰਟੈਂਟ यानी कि ਇਹ ਪੁਆਇੰਟ ਨਹੀਂ ਹੈਗਾ, ਬਸ ਇੰਨਾ ਯਾਦ ਰੱਖਿਓ ठीक है। इस तो बाद आ गया जो कई बार आ जाता ना क्वेश्चन आ जाता भी ਜਿਹੜੇ यानी कह लो भी ऑप्शन है भी 1892 ਦੇ ਵਿੱਚ ਆਹ ਗਤੀਵਿਧੀਆਂ ਹੋਈਆਂ ਸੀ, ਤਾਂ ਪਹਿਲਾ ਆਪਸ਼ਨ ਇਹ, ਦੂਸਰਾ ਆਪਸ਼ਨ ਇਹ, ਤਾਂ ਦੱਸੋ ਕਿਹੜਾ ਸਹੀ ਆ। ਓਨਲੀ 1 ਓਨਲੀ 2 ਇਹੋ ਜਿਹੇ ਕੁਐਸਚਨ ਆਉਂਦੇ ਆ ਨਾ, ਤਾਂ ਉਸ ਤਰੀਕੇ ਨਾਲ ਕੁਐਸਚਨ ਤਾਂ ਭਾਵੇਂ ਆ ਜੇ ਰਾਈਟ। ਦੂਸਰਾ ਕਹਿੰਦਾ ਲੈजिस्लेटिव काउंसिल वर एम्पावर्ड टू डिस्कस द बजट एंड एड्रेस क्वेश्चंस टू द एग्जीक्यूटिव। ਤਾਂ ਬਸ ਇਹ ਵੀ ਕੋਈ ਬੜਾ ਇੰਪੋਰਟੈਂਟ ਨਹੀਂ ਕਿ ਲੈजिस्लेटिव काउंसिल ਦੇ ਜਿਹੜੇ ਮੈਂਬਰ ਸੀ ਬੇਸਿਕਲੀ ਉਹਨਾਂ ਨੂੰ ਪਾਵਰ ਦਿੱਤੀ ਗਈ ਕਿ ਤੁਸੀਂ ਜਿਹੜਾ ਬਜਟ ਹੈ ਉਸ ਨੂੰ ਡਿਸਕਸ ਕਰ ਸਕਦੇ ਹੋ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਪਹਿਲਾਂ ਡਿਸਕਸ ਕਰਨ ਦੀ ਵੀ ਪਾਵਰ ਹੈ ਨਹੀਂ ਸੀ, ਤਾਂ ਹੁਣ ਡਿਸਕਸ ਕਰਨ ਦੀ ਪਾਵਰ ਆ ਗਈ ਐਂਡ ਤੁਸੀਂ ਕੁਐਸਚਨ ਕਰ ਸਕਦੇ ਹੋ ਐਗਜ਼ੀਕਿਊਟਿਵ ਨੂੰ, ਹੈ ਨਾ, ਬਜਟ ਤੇ ਕੁਐਸਚਨ ਕਰ ਸਕਦੇ ਹੋ। ਸੋ ਕੋਈ ਬਹੁਤਾ ਜ਼ਿਆਦਾ ਇੰਪੋਰਟੈਂਟ ਪੁਆਇੰਟ ਤਾਂ ਨਹੀਂ ਹੈਗਾ, ਬਟ ਅੱਜ ਤੱਕ ਕਿਉਂਕਿ ਕੁਐਸਚਨ ਆਇਆ ਨਹੀਂ, ਪਰ ਫਿਰ ਵੀ ਜੇਕਰ ਆ ਜੇ ਕਿ ਪਹਿਲੀ ਵਾਰ ਜੋ ਬਜਟ ਤੇ ਡਿਸਕਸ਼ਨ ਕਰਨ ਦਾ ਇੰਡੀਅਨਸ ਨੂੰ ਪਾਵਰ ਮਿਲੀ ਆ ਲੈजिस्लेटिव काउंसिल ਦੇ ਵਿੱਚ, ਤੇ ਵੀ ਉਹ ਕੁਐਸਚਨ ਕਰ ਸਕਦੇ ਐਗਜ਼ੀਕਿਊਟਿਵ ਨੂੰ, ਤਾਂ ਕਿਹੜੇ ਐਕਟ ਦੇ ਅਧੀਨ ਮਿਲੀ ਹੈ? ਤਾਂ 1892 ਐਕਟ ਦੇ ਅਧੀਨ ਉਹ ਮਿਲੀ ਹੈ ਰਾਈਟ। ਸੋ ਇਹ ਸਾਰਾ ਕੁਝ ਹੈ ਜਿਹੜਾ ਮੈਨੂੰ ਲੱਗਦਾ ਵੀ ਕਾਫੀ ਇੰਪੋਰਟੈਂਟ ਹੈ। ਬਹੁਤ ਕੁਐਸਚਨ ਇੱਥੋਂ ਬਣ ਸਕਦੇ ਆ ਐਂਡ ਜਿੰਨੇ ਕੁਐਸਚਨ ਬਣ ਸਕਦੇ ਸੀ ਉਹ ਮੈਂ ਸਾਰਾ ਕੁਝ ਤੁਹਾਨੂੰ ਦੇਤਾ। ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਉੱਤੇ ਕੋਈ ਵੀ ਕੁਐਸਚਨ ਬਣ ਜਾਊਗਾ, ਕੱਲੀ ਕੱਲੀ ਬਰੀਕ ਚੀਜ਼ ਆਪਾਂ ਕਰ ਲਈ ਰਾਈਟ। ਬਾਕੀ ਕਨਸੈਪਚੁਅਲ ਕਲੈਰਿਟੀ ਤਾਂ ਹੁੰਦੀਆਂ ਰਹਿੰਦੀਆਂ ਰਾਈਟ। ਬਾਕੀ ਜਦੋਂ ਆਪਾਂ MCQ ਕਰਾਂਗੇ ਬਹੁਤ ਕੁਝ ਕਵਰ ਹੋ ਜਾਊਗਾ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਤੇ ਇਹਦੀ PDF ਤੁਹਾਨੂੰ ਪਹਿਲਾਂ ਮਿਲ ਜੂਗੀ, ਮੈਂ ਤੁਹਾਨੂੰ ਦੱਸਤਾ ਠੀਕ ਹੈ ਚੈਟ ਬਾਕਸ ਦੇ ਵਿੱਚ। ਬਾਕੀ ਜੇਕਰ ਕੋਈ ਕੋਰਸ ਹੋਰ ਲੈਣਾ ਚਾਹੁੰਦਾ ਜਾਂ ਆਲਰੇਡੀ ਪੇਡ ਕੋਰਸ ਦੇ ਵਿੱਚ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰੋ, ਦੱਸੋ ਕਿ ਇੰਨੀ ਡਿਟੇਲ ਦੇ ਵਿੱਚ ਪੜਾਇਆ ਜਾਂਦਾ, ਤੇ ਫਿਰ ਹੋਰ ਵੀ ਵਧੀਆ ਗੱਲ ਆ, ਵਧੀਆ ਸਟੂਡੈਂਟ ਆਪਣੇ ਕੋਲ ਆਉਣਗੇ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਤੇ ਆਪਾਂ ਹੋਰ ਨਵੇਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਬਾਏ ਬਾਏ, ਟੇਕ ਕੇਅਰ।